ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ, ਉਹਨਾਂ ਨੇ ਬਾਣੀ ਦਾ ਜਿਹੜਾ ਸਾਨੂੰ ਮੁਜੱਸਮਾ ਬਖਸ਼ਿਸ਼ ਕੀਤਾ ਹੈ, ਇਹ ਸਾਡੇ ਉਹਨਾਂ ਮਨ ਦੇ ਫੁਰਨਿਆਂ ਦਾ, ਮਨ ਦੇ ਭਰਮਾਂ ਦਾ, ਮਨ ਦੇ ਵਹਿਮਾਂ ਦਾ ਖੁਲਾਸਾ ਕਰਦਾ। ਜੀਵ ਕਿਸੇ ਰੂਪ ਦੇ ਵਿੱਚ ਆਪਣੀ ਕਲਪਨਾ ਅਨੁਸਾਰ, ਆਪਣੀ ਬੁੱਧੀ ਅਨੁਸਾਰ ਕਿਸੇ ਵੀ ਚੀਜ਼ ਨੂੰ ਉਵੇਂ ਸੋਚਣ ਦਾ ਯਤਨ ਕਰਦਾ ਹੈ। ਤੇ ਇਸੇ ਤਰ੍ਹਾਂ ਕੁਝ ਦਾਨਿਆਂ ਨੇ, ਵਿਦਵਾਨਾਂ ਨੇ, ਗਿਆਨੀਆਂ ਨੇ, ਕਾਜ਼ੀਆਂ ਨੇ, ਕਾਦੀਆਂ ਨੇ, ਪੰਡਤਾਂ ਨੇ, ਬ੍ਰਾਹਮਣਾਂ ਨੇ, ਵਿਦਵਾਨਾਂ ਨੇ ਇਹ ਕਿਆਸ ਬਣਾ ਰਹੇ ਸੀ। ਐਵੇਂ ਹੀ ਹੈ ਬਸ। ਬਾਣੀ ਜੀਵ ਨੂੰ ਪਰਮੇਸ਼ਰ ਨੂੰ ਮਿਲਣ ਦੀ ਤਾਕੀਦ ਕਰਦੀ ਹੈ। ਪਰਮੇਸ਼ਰ ਨੂੰ ਮਿਲਣ ਵਾਸਤੇ ਤਾਂ ਕਹਿੰਦੀ ਹੈ, ਪਰ ਪਰਮੇਸ਼ਰ ਨੂੰ ਜਾਣਨ ਵਾਸਤੇ ਨਹੀਂ। ਤੇ ਨਾ ਹੀ ਇਹ ਕਹਿੰਦੀ ਹੈ ਵੀ ਇਹ ਦੇਖੀਏ ਵੀ ਕਿੱਥੇ ਕੁ ਤੱਕ ਕੀ ਬਣਿਆ, ਕਿਵੇਂ ਬਣਿਆ, ਕਿਹਨੇ ਬਣਾਇਆ, ਅੰਤ ਲੱਭਣਾ ਸੀ। ਜਿਹੜੀ ਸਾਇੰਸ ਹੈ ਇਹ ਖੋਜਣ ਲੱਗ ਪਈ, ਹਰੇਕ ਚੀਜ਼ ਤੇ ਖੋਜ ਹੁੰਦੀ ਹੋਰ ਤੋੜਤਾ, ਹੋਰ ਲੱਭਦੇ ਕਿੱਥੇ ਆ ਗਏ, ਅਣੂ ਤੇ ਆ ਗਏ, ਪਰਮਾਣੂ ਹੋ ਗਿਆ, ਬਰੀਕ ਤੋਂ ਬਰੀਕ ਹੋ ਗਿਆ, ਇਦੋਂ ਅੱਗੇ ਉਹ ਕੁਛ ਨਹੀਂ ਹੋ ਸਕਦਾ। ਯਾਨੀ ਲੱਭਣ ਦੀ ਕੋਸ਼ਿਸ਼ ਕੀਤੀ, ਅੰਤ ਇੱਥੇ ਨਿਬੜ ਗਿਆ। ਆਖਰਕਾਰ ਕਹਿਣਾ ਪਿਆ ਇਸ ਤੋਂ ਅੱਗੇ ਕੁਛ ਨਹੀਂ। ਧਰਮ ਦੀ ਦੁਨੀਆ ਵਿੱਚ ਵੀ ਬਹੁਤਿਆਂ ਨੇ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਜਿਹੜੀ ਖੋਜ ਸੀ ਨਾ, ਖੋਜ ਦਾ ਮਤਲਬ ਐਵੇਂ ਹੁੰਦਾ ਹੈ ਵੀ ਕਿਸ ਵਾਸਤੇ ਖੋਜਣਾ ਹੈ, ਇਹ ਜਾਣਨ ਵਾਸਤੇ ਕਿ ਉਹ ਕੀ ਹੈ, ਕਿੱਥੋਂ ਆਇਆ, ਕਿਵੇਂ ਬਣਿਆ, ਕੀ ਕਰਨਾ, ਸਭ ਕੁਛ ਉਹ ਖੋਜਣਾ। ਇੱਕ ਹੈ ਵੀ ਮੈਂ ਤਾਂ ਉਹਦੇ ਨਾਲ ਮਿਲਣਾ, ਬਸ ਉਹਨੂੰ ਕੋਈ ਮਤਲਬ ਨਹੀਂ ਹੈਗਾ ਕਿਵੇਂ ਹੈ, ਕਿੱਥੋਂ ਹੈ, ਸਭ ਗੱਲ ਖਤਮ ਹੋ ਜਾਂਦੀ। ਇਹ ਦੋ ਲਹਿਜਿਆਂ ਦੇ ਵਿੱਚ ਸ੍ਰਿਸ਼ਟੀ ਤੇ ਵੇ ਜਿਹੜੇ ਆਏ। ਭਗਤਾਂ ਨੇ ਪੁਕਾਰ ਕੇ ਆਖਿਆ ਵੀ ਉਹ ਪਰਮੇਸ਼ਰ ਬੇਅੰਤ ਹੈ। ਬਸ ਕਾਹਦੇ ਵਾਸਤੇ ਫਿਰ ਅੰਤ ਪਾਉਣ ਦੀਆਂ ਗੱਲਾਂ ਕਰੀਆਂ। ਤੇ ਬਹੁਤਿਆਂ ਨੇ ਇਸ ਖੋਜ ਤੇ ਲਾ ਦਿੱਤਾ, ਬਹੁਤ ਸਮਾਂ ਲਾ ਦਿੱਤਾ, ਲਿਖ ਕੇ ਲਾ ਦਿੱਤਾ, ਬੋਲ ਕੇ ਦੱਸ ਦਿੱਤਾ, ਖੋਜ ਕੇ ਲੱਗਣ ਲੱਗ ਗਏ। ਜਿਵੇਂ ਮੈਂ ਕੱਲ ਕਹਿ ਰਿਹਾ ਸੀ ਵੀ ਉਹ ਖੋਜ ਕੇ ਆਖਰ ਥੱਕ ਹੀ ਗਏ ਨਾ, ਥੱਕ ਗਏ। ਉਹਨੂੰ ਲੱਭਦੇ ਆਪਾਂ ਪਿੱਛੇ ਵੀ ਪੜ੍ਹਿਆ ਸੀ ਜਪਜੀ ਸਾਹਿਬ ਦੇ ਵਿੱਚ ਵੀ ਉਹ ਤਾਂ ਅਖੀਰ ਥੱਕ ਹੀ ਗਏ ਨਾ, ਹਾਰ ਗਏ। ਕਰੋੜਾਂ ਹੀ ਲੱਗੇ ਤੇ ਕਰੋੜਾਂ ਹੀ ਹਾਰ ਗਏ। ਆਖਰਕਾਰ ਲੱਭਣ ਵਾਲਾ ਲੱਭ ਲੈਂਦਾ ਏ, ਫਿਰ ਜਦੋਂ ਲੱਭਦਾ ਏ ਤੇ ਉਹਦਾ ਅੰਤ ਹੋ ਜਾਂਦਾ ਗਾ। ਜਿਹੜਾ ਲੱਭਿਆ ਜਿਹਨੂੰ, ਉਹ ਉੱਥੇ ਹੁੰਦਾ ਹੈ। ਤੇ ਲੱਭੇ ਦਾ ਕਿਆ ਫਾਇਦਾ। ਸਪੋਜ਼ ਕਰੋ ਉਹਦੀ ਖੋਜ ਸੀ, ਜਿੱਥੇ ਉਹਨੇ ਖੋਜ ਲੱਭ ਲਈ ਵੀ ਇੱਥੇ ਤੱਕ ਆ ਬਸ। ਉਹਨੇ ਕਿਹਾ ਵੀ ਖੱਲ ਖਤਮ ਹੋ ਗਈ। ਹੁਣ ਹੁੰਦਾ ਕੀ ਹੈ, ਅਗਲੇ ਦਿਨ ਉਹ ਹੋਰ ਅੱਗੇ ਚਲੇ ਜਾਂਦਾ। ਸਾਹਿਬ ਮੇਰਾ ਨੀਤ ਨਵਾਂ, ਉਹਦਾ ਨਿੱਤ ਹੀ ਨਵਾਂ। ਜਿਹੜੀ ਚੀਜ਼ ਨਿੱਤ ਨਵੀਂ ਹੋਏਗੀ ਉਹਨੂੰ ਅਸੀਂ ਪੁਰਾਣੇ ਰੂਪ 'ਚ, ਜਦੋਂ ਅਸੀਂ ਕਿਸੇ ਚੀਜ਼ ਦੀ ਖੋਜ ਲਿਆ, ਲੱਭ ਲਿਆ ਵੀ ਆਹ ਗੱਲ ਪੱਕੀ ਹੋ ਗਈ, ਬਸ ਚੱਲ ਵੀ ਇਸ ਤੋਂ ਅੱਗੇ ਨਹੀਂ ਹੋ ਸਕਦਾ। ਹੁਣ ਅਗਲੇ ਵਾਰੀ ਜਦੋਂ ਖੋਜਦੇ ਨੇ ਉਹ ਤਾਂ ਕਹਿੰਦੇ ਨਹੀਂ ਇਹ ਤਾਂ ਗੱਲ ਹੀ ਕੁਛ ਨਹੀਂ। ਮੈਂ ਜਿਵੇਂ ਆਪਾਂ ਅਕਸਰ ਕਹਿੰਦੇ ਹਾਂ, ਜਪਜੀ ਸਾਹਿਬ ਦੀ ਵਿਚਾਰ ਪਹਿਲਾਂ ਪੜ੍ਹਦੇ ਹੁੰਦੇ, ਉਦੋਂ ਹੋਰ ਕੁਝ ਸੋਚਦੇ ਸੀ, ਫਿਰ ਪੜ੍ਹਨ ਦਾ ਲਹਿਜਾ ਬਦਲਿਆ, ਪੜ੍ਹਨ ਦਾ ਸਟਾਈਲ ਬਦਲ ਗਿਆ, ਫਿਰ ਸਮਝਣ ਦਾ ਹੋ ਗਿਆ, ਫਿਰ ਸਮਝਦੇ ਹੋਰ ਸਮਝ। ਹੁਣ ਆਏ ਵਾਰੀ ਕਹੀਦਾ ਗਾ ਵੀ ਨਹੀਂ, ਜਿਹੜਾ ਪਿਛਲੇ ਵਾਰੀ ਸੀ ਨਾ ਗੱਲ, ਉਹ ਗੱਲ ਨਹੀਂ ਸਹੀ ਸੀ, ਹੁਣ ਹੋਰ ਕੁਝ ਹੋ ਰਿਹਾ। ਜਦੋਂ ਪਿੱਛੇ ਮੁੜ ਕੇ ਵੇਖਦੇ ਆ ਵੀ ਨਹੀਂ, ਅਜੇ ਵੀ ਗੱਲ ਉਹ ਨਹੀਂ ਬਣੀ। ਕਾਰਨ ਸਾਡੀ ਖੋਜ ਜਿੱਥੇ ਕੁ ਅਸੀਂ ਕਹਿ ਲਏ ਵੀ ਇੱਥੇ ਕੁ ਆ ਗਿਆ, ਉਹ ਅੰਤ ਥੋੜ੍ਹੀ ਹੈ ਉਹਦਾ। ਅੰਤ ਕਰਨ ਵਾਲੇ, ਅੰਤ ਪਾਉਣ ਵਾਲੇ ਆਖਰਕਾਰ ਉਹ ਕਹਿੰਦੇ ਨਹੀਂ ਉਹ ਤਾਂ ਬੇਅੰਤ ਹੈ, ਬਸ ਗੱਲ ਖਤਮ।
मैं उस दिन भी कह रहा सी, बाणी कहती सो अजान कहे मैं जानिया। ਜਿਹੜਾ ਬੰਦਾ ਕਹਿੰਦਾ ਵੀ ਰੱਬ ਨੂੰ ਮੈਂ ਜਾਣ ਰਿਹਾ ਨਾ, ਉਹਨੂੰ ਕੀ ਕਹਿਣਾ ਵੀ ਅਣਜਾਣ ਹੈ, ਮੈਨੂੰ ਪਤਾ ਹੀ ਕੱਖ ਨਹੀਂ ਪਤਾ ਇਹਨੂੰ। ਕਿਉਂਕਿ ਰੱਬ ਦੇ ਭੇਦ ਦੀ ਗੱਲ ਨਹੀਂ ਹੈ ਇੱਥੇ ਤਾਂ। ਬ੍ਰਹਮਾ ਬਾਬਾ ਜੀ ਕਹਿੰਦੇ ਉਹ ਬ੍ਰਹਮਾ ਵਰਗੇ ਵੀ ਭੇਦ ਨਹੀਂ ਪਾ ਸਕੇ, ਤੇਰਾ ਅੰਤ ਨਹੀਂ ਪਾ ਸਕੇ। ਉਹਨਾਂ ਬਾਰੇ ਲਿਖਿਆ ਹੈ, ਵੱਡੇ ਵੱਡੇ ਵਿਦਵਾਨਾਂ ਦਾ ਜ਼ਿਕਰ ਕੀਤਾ। ਸਨਕ ਸਨੰਦ ਮਹੇਸ਼ ਸੁਵਾਨਾ शेष नाग तेरो मर्म न जाना, नहीं जान सके। क्योंकि जिसने रचिया गा ना, जिसने सृष्टि बनाई है, देखो ना बनाने वाली चीज़ करते नूं किवें भेद पा लेगी ना, नहीं पा सकती। जिन्हें उन्होंने बनाया गा ਉਹਦਾ भेद नहीं पा सकते। हाँ जिन्हें बनाया वो दस सकता भी तेरे च की कमी है, तो तेरे च की घाट है, की तेरे च बात है। कंपनी ਨੂੰ पता ਹੁੰਦਾ ਵੀ ਸਾਡੀ ਬਣਾਈ ਹੋਈ ਚੀਜ਼ 'ਚ ਕੀ ਪ੍ਰੋਬਲਮ ਆ, ਉਹਨਾਂ ਨੂੰ ਪਤਾ ਹੁੰਦਾ ਪਰ ਦੱਸਦੇ ਨਹੀਂ ਹੁੰਦੇ। ਉਹਨਾਂ ਨੇ ਇਸ ਹਿਸਾਬ ਨਾਲ ਰੱਖਿਆ ਹੁੰਦਾ ਵੀ ਅਗਲੇ ਵਾਰੀ ਉੱਥੋਂ ਹੀ ਮੂਵ ਕਰ ਦਿੰਦੇ ਨੇ ਵੀ ਆ ਨਵੀਂ ਚੀਜ਼ ਬਣ ਗਈ। ਹੋਰ ਕੀ ਕਰਦੇ ਨੇ, ਆਏ ਵਾਰੀ ਕਦੇ ਗੱਡੀ ਦਾ ਬੈਂਡ ਇੱਧਰ ਨੂੰ ਕਰ ਦਿੰਦੇ ਨੇ, ਕਦੇ ਇੱਧਰ ਨੂੰ ਕਰ ਦਿੰਦੇ ਨੇ, ਹੋਰ ਚੇਂਜ ਕਰ ਦਿੰਦੇ ਨੇ। ਬਸ ਕਮਜ਼ੋਰੀ ਹੁੰਦੀ ਆ ਕਿਤੇ ਨਾ ਕਿਤੇ, ਕੋਈ ਨਾ ਕੋਈ ਕਮਜ਼ੋਰੀ ਤਾਂ ਹੁੰਦੀ ਹੈ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਹੁਣ ਜਿਸ ਨੇ ਬਣਾਈ ਇਹ ਚੀਜ਼ ਉਹਨੂੰ ਤਾਂ ਪਤਾ ਹੈ ਜਿਹੜਾ ਚੀਜ਼ ਹੈ ਉਹ ਕਿਵੇਂ ਦੱਸ ਦੇਗੀ ਵੀ ਐਵੇਂ ਨਹੀਂ ਹੈ। ਸੋ ਬਾਣੀ ਦਾ ਇਸ ਰੰਗ ਵਿੱਚ ਗੁਰੂ ਪਾਤਸ਼ਾਹ ਬਿਆਨ ਕਰਦੇ ਨੇ, ਧੰਨ ਗੁਰੂ ਨਾਨਕ ਪਾਤਸ਼ਾਹ, ਕਿ ਬਹੁਤਿਆਂ ਸੱਜਣਾਂ ਨੇ ਉਸ ਵਕਤ ਜਿਹੜੇ ਇਸ ਧਰਮ ਦੀ ਦੁਨੀਆ ਦੇ ਆਗੂ ਸਨ, ਇੱਕ ਤਾਂ ਪੰਡਤ, ਦੂਜੇ ਕਾਜੀ ਤੇ ਤੀਸਰੇ ਜੋਗੀ, ਇਹਨਾਂ ਤਿੰਨਾਂ ਦੇ ਜ਼ਿਕਰ ਸ਼ੁਰੂਆਤ ਵਿੱਚ ਕੀਤਾ ਸੀ। ਜਾਂ ਤਾਂ ਮੌਨ ਧਾਰ ਕੇ ਬੈਠੇ ਰਹਿਣਾ ਜੋਗੀਆਂ ਨੂੰ, ਜਾਂ ਫਿਰ ਭੁੱਖੇ ਰਹਿਣਾ, ਜਾਂ ਫਿਰ ਸਿਆਣਪਾਂ। ਸਿਆਣਪਾਂ ਕਿਹਦੀ ਹੁੰਦੀਆਂ ਸੀ? ਪੰਡਤਾਂ ਕੋਲੇ। ਮੈਂ ਬੜਾ ਵਿਦਵਾਨ ਹਾਂ, ਉਹਨਾਂ ਕੋਲੇ ਸ਼ੁਰੂਆਤ ਵਿੱਚ ਪੜ੍ਹਿਆ। ਫਿਰ ਜਾਂ ਜੀ ਭੁੱਖੇ ਰਹਿਣਾ ਜੀ, ਇਹ ਵੀ ਸੀ। ਗੁਰੂ ਬਾਬਾ ਜੀ ਕਹਿੰਦੇ ਇਹ ਆਗੂ ਸੀਗੇ। ਜਿਹੜੇ ਆਗੂ ਸੀ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਆਪਣੇ ਆਪਣੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ ਰੱਬ ਜੀ ਬਾਰੇ, ਨਿਰੰਕਾਰ ਬਾਰੇ। ਹੁਣ ਉਹਨੂੰ ਸਵਾਲ ਇਹ ਹੈ, ਗੁਰੂ ਪਾਤਸ਼ਾਹ ਨੇ ਕਿਹਾ ਵੀ ਜਿਹੜੇ ਉਹਦੇ 'ਚ ਅਭੇਦ ਹੋਣਾ ਚਾਹੁੰਦੇ ਨੇ, ਉਹਦੇ ਵਿੱਚ ਮਿਲਣਾ ਚਾਹੁੰਦੇ ਨੇ, ਉਹ ਕੀ ਕਰਨ? ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਨੇ, ਮੈਂ ਕੋਈ ਨਹੀਂ, ਮੇਰੇ ਕੋਲ ਕੋਈ ਨਹੀਂ ਹੈਗਾ। ਤੇ ਗੱਲ ਕਲੀਅਰ ਹੋ ਜਾਂਦੀ ਹੈ। ਇੱਥੇ ਦਾ ਮਤਲਬ ਕੀ? ਪ੍ਰੇਮ ਹੈ। ਪ੍ਰੇਮ ਹੈ ਤੇ ਆਪਦੇ ਕੋਲੇ ਕੋਈ ਗੁਣ ਨਹੀਂ, ਮੇਰਾ ਆਪਦਾ ਗੁਣ ਕੋਈ ਨਹੀਂ ਹੈ। ਕੱਲ੍ਹ ਆਪਾਂ ਪੜ੍ਹ ਰਹੇ ਸੀ ਨਾ ਵੀ ਹਰ ਜੇਠ ਜੁੜਨ ਦਾ ਲੋੜੀਏ, ਜਿਸ ਅੱਗੇ ਸਭ ਨਿਵੰਨ। ਜੇ ਤੂੰ ਮਿਲਣਾ ਚਾਹੁੰਦਾ ਹੈ ਤਾਂ ਉਹਦੇ ਮਿਲਣ ਵਾਸਤੇ ਕੀ ਕਰਨਾ ਚਾਹੀਦਾ? ਵੀ ਤੂੰ ਉਹਦੇ ਪੱਲਾ ਪਕੜ ਲੈ, ਬਸ ਗੱਲ ਖਤਮ। ਹਰ ਸੱਜਣ ਦਾਵਣ ਲੱਗਿਆ ਕਿਸੇ ਨੂੰ ਦੇਈ ਮਨ, ਉਹਦਾ ਪੱਲੇ ਹੀ ਪਕੜ ਲੈ। ਜੇ ਆਖੇ ਜੀ ਉਹ ਕਿਵੇਂ ਹੈ, ਕਿਵੇਂ, ਉਹਨੂੰ ਖੋਜਣ ਲੱਗਦੇ। ਬਾਬਾ ਜੀ ਕਹਿੰਦੇ ਨਾ, ਅਸਲ ਵਿੱਚ ਗੱਲ ਜਿੰਨੀ ਖੋਜ ਵੀ ਗੱਲ ਕਰਦੀ ਹੈ ਬਾਣੀ, ਉਹ ਵੀ ਕਿਹਦੀ ਖੋਜ ਕਰਦੀ ਹੈ? ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਆਪੇ ਦੀ ਖੋਜ ਹੈ। ਇਹ ਖੋਜਣਾ ਵੀ ਤੂੰ ਕੌਣ ਹੈ, ਇਹ ਖੋਜਣਾ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣੇ, ਆਪਦੇ ਆਪ ਨੂੰ ਖੋਜਣਾ ਹੈ। ਬੰਦਾ ਇਹ ਥੋੜ੍ਹੇ ਵੀ ਰੱਬ ਨੂੰ ਖੋਜਣਾ ਨਾ। ਬਾਣੀ ਨੇ ਜਿੱਥੇ ਵੀ ਕਿਹਾ ਹੈ, ਕਾਹੇ ਰੇ ਬਨ ਖੋਜਣ ਜਾਈ, ਤੂੰ ਆਪਣੇ ਆਪ ਨੂੰ ਤਾਂ ਖੋਜ। ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਤੂੰ ਆਪਣੇ ਆਪੇ ਨੂੰ ਖੋਜ, ਖੋਜ ਆਪਣੇ ਆਪ ਸੀਮਤ ਹੀ। ਖੈਰ, ਤਾਂ ਗੁਰੂ ਪਾਤਸ਼ਾਹ ਨੇ ਸੀ ਰਾਤ ਪਰਸੋਂ ਸਮਾਪਤ ਕੀਤਾ ਸੀ, ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਉਸ ਮਨ ਦੇ ਵਿੱਚ ਸਦਾ ਚਾਓ ਰਹਿੰਦਾ, ਖੇੜਾ ਰਹਿੰਦਾ ਹੈ। ਇਹ ਮਨ ਦੀ ਅਵਸਥਾ ਹੈ। ਮਨ ਇਸ ਅਵਸਥਾ 'ਚ ਹੋ ਜਾਂਦਾ ਵੀ ਖੇੜੇ 'ਚ ਹੋ ਜਾਂਦਾ। ਸਵਸਤ ਅਰਥ ਜਿਹੜੇ ਸ਼ਬਦ ਦੇ ਆਪਾਂ ਵਿਚਾਰ ਉਸ ਦਿਨ ਵੀ ਕੀਤੀ ਸੀ, ਮੈਂ ਥੋੜ੍ਹੀ ਜਿਹੀ ਫਿਰ ਵੀ ਕਹਿੰਦਾ। ਸਵਸਤ ਅਸਤ ਹੋਣਾ ਨਾ, ਅਸਤ ਹੁੰਦਾ ਵੀ ਸੂਰਜ ਅਸਤ ਹੋ ਗਿਆ, ਅਸਤ ਹੋਣਾ, ਅਲੋਪ ਹੋਣਾ। ਸਵਸਤ ਆਥ, ਆਥ ਅਰਥ ਹੁੰਦਾ ਹੈ, ਅਰਥ ਤੋਂ ਧਨ ਵੀ ਹੁੰਦਾ ਹੈ, ਧਨ ਕੀ ਨਾਮ ਵੀ ਹੋ ਸਕਦਾ। ਬਾਣੀ, ਬਾਣੀ ਬਰਮਾਓ, ਉਸ ਬ੍ਰਹਮ ਰੂਪ ਪਰਮੇਸ਼ਰ ਦੀ ਬਾਣੀ ਹੈ। ਇਹ ਗੁਰਬਾਣੀ ਦੀ ਗੱਲ ਕਰਦੇ।
ਬਾਣੀ ਪ੍ਰਭਾਵ। ਜਿੱਥੇ ਮਨ ਸਵਸਥ ਹੋ ਜਾਂਦਾ ਹੈ, ਜਿੱਥੇ ਮਨ ਅਸਤ ਹੋ ਜਾਂਦਾ, ਅਸਤ ਹੋਣਾ ਛੁਪ ਜਾਣਾ। ਹੁਣ ਆਪਾਂ ਸੂਰਜ ਅਸਤ ਕਹਿਤਾ, ਇਹਦਾ ਮਤਲਬ ਸੂਰਜ ਮਰਿਆ ਨਹੀਂ ਹੈਗਾ। ਕੀ ਹੋ ਗਿਆ? ਅਲੋਪ ਹੋ ਗਿਆ। ਅਲੋਪ ਹੋਣ ਦਾ ਮਤਲਬ ਇਹ ਹੈ ਵੀ ਉਹ ਹੋਰ ਪਾਸੇ ਚਲਿਆ ਗਿਆ, ਚੇਂਜ ਹੋ ਗਿਆ, ਉਹ ਉੱਥੇ ਹੀ ਹੈ। ਤੇ ਜੇ ਅਸੀਂ ਕਹੀਏ ਵੀ ਚੰਦਰਮਾ ਕਿਤੇ ਚਲਿਆ ਜਾਂਦਾ ਦਿਨੇ, ਚੰਦਰਮਾ ਕਿਤੇ ਵੀ ਨਹੀਂ ਜਾਂਦਾ। ਸੂਰਜ ਦੀ ਰੌਸ਼ਨੀ ਇੰਨੀ ਹੁੰਦੀ ਹੈ ਵੀ ਉਹ ਦਿਖਦਾ ਹੀ ਨਹੀਂ। ਸਿਤਾਰੇ ਇਹ ਥੋੜ੍ਹੇ ਵੀ ਰਾਤ ਨੂੰ ਕਿਤੇ ਆ ਜਾਂਦੇ ਨੇ ਕਿਸੇ ਪਾਸੇ ਤੋਂ, ਨਾ, ਉੱਥੇ ਹੀ ਨੇ, ਸਭ ਉੱਥੇ ਹੀ ਰਹਿੰਦੇ ਨੇ। ਦਿਨੇ ਨਹੀਂ ਦਿਖਦੇ, ਦਿਨੇ ਨਹੀਂ ਦਿਖਦੇ। ਕਿਉਂ ਨਹੀਂ ਦਿਖਦੇ? ਦਿਨ ਜਿਹੜੇ ਰੌਸ਼ਨੀ ਇੰਨੀ ਜ਼ਿਆਦਾ ਆ ਗਈ ਉਹਦੇ 'ਚ ਤੁਹਾਨੂੰ ਨਹੀਂ ਦਿਸਣ। ਮੈਂ ਤੁਹਾਨੂੰ ਕੱਲ੍ਹ ਵੀ ਐਗਜ਼ਾਮਪਲ ਦਿੱਤੀ ਵੀ ਕੋਠੇ 'ਤੇ ਦੀਵਾ ਬਾਲ ਦਿਓ, ਤੁਸੀਂ ਕਹੋ ਵੀ ਦੀਵੇ ਦੀ ਰੌਸ਼ਨੀ ਕਿਵੇਂ ਦੱਸੋ? ਦਿਖਣੀ ਨਹੀਂ ਸਾਨੂੰ ਰੌਸ਼ਨੀ ਉਹਦੀ, ਦੀਵਾ ਬਲਦਾ ਵੀ ਨਹੀਂ ਦਿਸੇਗਾ। ਈਵਨ ਚੰਦਰਮਾ ਵੀ ਇੱਥੇ ਹੁੰਦਾ, ਸਿਤਾਰੇ ਵੀ ਇੱਥੇ ਹੁੰਦੇ ਨੇ। ਸੂਰਜ ਦੀ ਰੌਸ਼ਨੀ ਇੰਨੀ ਹੁੰਦੀ ਹੈ ਵੀ ਸਾਨੂੰ ਨਹੀਂ ਦਿਸਦੇ, ਉਹ ਸਾਡੀ ਦਿੱਖ ਤੋਂ ਪਰੇ ਹੈ। ਇਹ ਸਵਸਥ ਸ਼ਬਦ ਜਿਹੜਾ ਹੈ ਅਸਤ ਹੋ ਜਾਂਦਾ। ਸੂਰਜ ਅਸਤ ਹੋ ਗਿਆ, ਅਸਤ ਹੋ ਗਿਆ ਮਤਲਬ ਉਹ ਚੇਂਜ ਹੋ ਗਿਆ, ਬਦਲ ਗਿਆ, ਅਲੋਪ ਹੋ ਗਿਆ। ਹੁਣ ਜਿਹੜਾ ਮਨ ਸਾਡਾ ਗਾ, ਮਨ ਜੇ ਤਾਂ ਮਨ ਦੁਨਿਆਵੀ ਹੈ ਫਿਰ ਰੱਬ ਵਾਲੇ ਪਾਸੇ ਨਹੀਂ ਹੁੰਦਾ। ਇਹ ਉਲਟ ਹੋ ਗਿਆ ਨਾ, ਵੀ ਜਿਵੇਂ ਹੁਣ ਇਹ ਕਹਿ ਦੋ ਵੀ ਅਮਰੀਕਾ 'ਚ ਸੂਰਜ ਚੜ੍ਹ ਗਿਆ, ਆਪਣੇ ਹੈ ਨਹੀਂ, ਇਹੀ ਹੈ ਨਾ, ਇੱਧਰ ਤਾਂ ਅਲੋਪ ਹੈ। ਹੁਣ ਸਾਡੇ ਮਨ ਦੀ ਗੱਲ ਨੂੰ ਕਰੋ, ਜੇ ਮਨ ਦੁਨੀਆ ਵਾਲੇ ਪਾਸੇ ਹੈ ਤੇ ਦੂਜੇ ਪਾਸੇ ਮਨ ਕੀ ਹੋ ਗਿਆ? ਉਧਰ ਅਲੋਪ ਹੈ, ਉਧਰ ਮਨ ਹੈ ਹੀ ਨਹੀਂ। ਤੇ ਜਿਸ ਦਿਨ ਮਨ ਪਰਮੇਸ਼ਰ ਵਾਲੇ ਪਾਸੇ ਹੋ ਜਾਏਗਾ, ਉਧਰੋਂ ਦੁਨੀਆ ਵਾਲੇ ਪਾਸਿਓਂ ਅਲੋਪ ਹੋ ਜਾਏਗਾ। ਉਹਨੂੰ ਕਹਿੰਦੇ ਨੇ ਸਵਸਥ। ਸੋ ਅਸਤ ਹੋ ਗਿਆ। ਆਥ ਅਰਥ। ਹੁਣ ਜੇ ਰੱਬ ਵਾਲੇ ਪਾਸੇ ਹੋ ਜਾਏਗਾ, ਇਹਦੀ ਅਰਥ ਬਣ ਜਾਏਗਾ ਨਾਮ, ਨਾਮ ਧਨ ਬਣ ਜਾਏਗਾ, ਦੁਨੀਆ ਦਾ ਤੋਂ ਪਰੇ ਹੋ ਜਾਏਗਾ। ਇਸ ਕਰਕੇ ਜਦੋਂ ਇੱਧਰੋਂ ਅਰਥ ਹੋਇਆ ਹੁੰਦਾ ਫਿਰ ਦੁਨੀਆ ਵਾਲਾ ਧਨ ਇਕੱਠਾ ਹੁੰਦਾ ਹੈ, ਕਿਉਂਕਿ ਮੂੰਹ ਇੱਧਰ ਹੈਗਾ, ਦੂਜੇ ਪਾਸੋਂ ਵਾਸਤਾ ਇੱਧਰਲੀ ਕਹਿੰਦੇ ਜੀ ਨਾਮ ਜਪਦੇ ਹਾਂ, ਸਮਝ ਹੀ ਨਹੀਂ ਪੈਂਦੀ, ਬਾਣੀ ਪੜ੍ਹਦੇ ਹਾਂ, ਸਮਝੀ, ਕਿਉਂਕਿ ਉਹ ਕਲੈਕਟ ਹੀ ਨਹੀਂ ਹੋ ਰਿਹਾ। ਚਾਨਣ ਤਾਂ ਇੱਧਰ ਆ ਦੁਨੀਆਦਾਰੀ ਦਾ। ਇਹ ਮਨ ਦੀ ਅਵਸਥਾ ਹੈ। ਕਿਉਂਕਿ ਜਿਹੜੀ ਪਿਛਲੀ ਲਾਈਨ ਉਹ ਗੱਲ ਕਰਦੀ ਹੈ ਵੀ ਜਦੋਂ ਇਹ ਹੁੰਦਾ ਗਾ, ਮਨ ਸਵਸਥ ਹੋ ਜਾਂਦਾ ਗਾ, ਅਥ ਬਾਣੀ ਬ੍ਰਹਮ ਜਿਹੜੀ ਬ੍ਰਹਮ ਰੂਪ ਬਾਣੀ ਹੈ, ਇਹ ਜਦੋਂ ਅੰਦਰ ਪ੍ਰਗਟ ਹੋ ਜਾਂਦੀ ਹੈ ਨਾ, ਇਹ ਬਾਣੀ ਦਾ ਗਿਆਨ ਅੰਦਰ ਪ੍ਰਗਟ ਹੋ ਜਾਂਦਾ ਹੈ। ਫਿਰ ਕੀ ਹੁੰਦਾ ਹੈ? ਫਿਰ ਬਾਬਾ ਜੀ ਕਹਿੰਦੇ ਸੱਤ ਸੁਹਾਣ ਸਦਾ ਮਨ ਚਾਓ। ਫਿਰ ਉਹਨੂੰ ਸੱਚ ਸੋਹਣਾ ਲੱਗਦਾ ਤੇ ਮਨ ਚਾਓ ਵਿੱਚ ਰਹਿੰਦਾ ਹੈ। ਹੁਣ ਉਹੀ ਮਨ ਹੈ ਜਿਹੜਾ ਦੁਖੀ ਹੈ, ਉਹੀ ਮਨ ਫਿਰ ਖੇੜੇ ਵਿੱਚ ਰਹਿੰਦਾ ਸਦਾ, ਆਲਵੇਜ਼, ਹਮੇਸ਼ਾ ਆਨੰਦ 'ਚ ਹੀ ਰਹਿੰਦਾ। ਫਿਰ ਹੋ ਗਿਆ ਨਾ ਆਨੰਦ। ਇਹ ਮਨ ਦੀ ਅਵਸਥਾ ਨੂੰ ਬਿਆਨ ਕੀਤਾ, ਸਦਾ ਮਨ ਚਾਓ ਵਿੱਚ ਰਹਿੰਦਾ ਹੈ। ਤੇ ਇਹ ਕਾਹਦੇ ਨਾਲ ਹੋਇਆ? ਸਿਰਫ ਮਨ ਚੇਂਜ ਹੋਇਆ ਤੇ ਲੋਕਾਂ ਨੂੰ ਗੁੰਮਰਾਹ ਕਰਿਆ। ਐਵੇਂ ਐਵੇਂ ਬਾਬਾ ਜੀ ਕਹਿੰਦੇ ਕਿਵੇਂ ਆ? ਅਗਲੀ ਪੰਕਤੀਆਂ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਹੁਣ ਸਵਾਲ ਨੇ ਸਾਰੇ ਇਹ, ਜੇ ਮੈਂ ਕੱਲ੍ਹ ਵੀ ਕਹਿ ਰਿਹਾ ਸੀ ਨੇ, ਕਵਣ, ਕੌਣ, ਕਿਨ, ਕਿਦ, ਕਿਦ, ਕਿਵ, ਕਿਵ, ਕਿਵੇਂ, ਕਿਉਂ, ਕਿੱਥੇ, ਇਹ ਸਾਰੇ ਸਵਾਲ ਹੁੰਦੇ ਨੇ ਜਿੱਥੇ ਵੀ ਜੀ ਲੱਗਿਆ ਹੋਏਗਾ। ਜਿਵੇਂ ਕਿਵ, ਕਿਵ ਦਾ ਮਤਲਬ ਕਿਵ, ਕਿਵੇਂ, ਕਿਵ ਸਚਿਆਰਾ ਹੋਈਏ, ਸਵਾਲ ਬਣ ਗਿਆ ਨਾ ਕਿਵ। ਹੁਣ ਇੱਥੇ ਗਾ ਕੌਣ, ਕਵਣ, ਕਿਹੜਾ, ਇਹ ਸਵਾਲ ਨੇ। ਜਦੋਂ ਵੀ ਤੁਸੀਂ ਗੁਰਬਾਣੀ ਨੂੰ ਪੜ੍ਹਨਾ, ਕੁਝ ਅੱਖਰ ਇਸ ਤਰ੍ਹਾਂ ਦੇ ਨੇ ਜਿੱਥੇ ਵੀ ਉਹਨਾਂ ਨੇ ਲਾ ਦਿੱਤੇ ਉਹਦਾ ਮਤਲਬ ਬਣ ਜਾਂਦਾ ਵੀ ਇਹ ਕੁਐਸਚਨ ਪੁੱਛਿਆ ਹੋਇਆ। ਕਈ ਜਗ੍ਹਾ 'ਤੇ ਜਿਵੇਂ ਜੈਸਾ ਸ਼ਬਦ ਆਉਂਦਾ, ਜਿੱਥੇ ਸ਼ਬਦ ਜੈਸਾ ਆ ਗਿਆ ਨਾ ਤੇ ਚੇਤਾ ਰੱਖਣਾ, ਉਦੋਂ ਅੱਗੇ ਸ਼ਬਦ ਆਏਗਾ ਤੈਸਾ ਜਾਂ ਐਸਾ। ਕਿਉਂਕਿ ਮੂਹਰੇ ਗੱਲ ਕੀ ਵੀ ਜੈਸਾ, ਤੇ ਸਵਾਲ ਕੀ ਆਏਗਾ ਵੀ ਕਿਹਾ ਜਾ, ਤੇ ਜਵਾਬ ਆਏਗਾ ਤੈਸਾ। ਜੇਤਾ ਆਏਗਾ, ਤੇਤਾ ਆਏਗਾ, ਇਹ ਕੁਝ ਸ਼ਬਦ ਇਸ ਤਰ੍ਹਾਂ ਆਉਂਦੇ ਨੇ। ਰਾਮ ਜਪੋ ਜੀ ਐਸੇ ਐਸੇ, ਸਵਾਲ ਆਏਗਾ ਵੀ ਕੈਸੇ, ਤੇ ਜਵਾਬ ਕੀ ਹੋਏਗਾ? ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਜੈਸਾ ਆ ਗਿਆ।
ਇਸੇ ਤਰ੍ਹਾਂ ਕੁਝ ਸਵਾਲ ਇਸ ਤਰ੍ਹਾਂ ਲਾਏ ਜਾਂਦੇ ਨੇ। ਹੁਣ ਇਹ ਸਾਰੇ ਸਵਾਲ ਨੇ। ਕੀ ਸਵਾਲ ਕਰਦੇ ਗੁਰੂ ਪਾਤਸ਼ਾਹ ਸਾਹਿਬ? ਕਹਿੰਦੇ ਕਵਣ ਸੋ ਵੇਲਾ। ਵੇਲਾ ਠੇਠ ਪੰਜਾਬੀ ਦਾ ਸ਼ਬਦ ਹੈ। ਵੇਲਾ ਹੁਣ ਤਾਂ ਵੈਸੇ ਆਪਾਂ ਕਹਿਣਾ ਹੀ ਬੰਦ ਕਰਤਾ, ਬਹੁਤ ਤਾਂ ਟਾਈਮ ਕਹਿੰਦੇ ਨੇ। ਉਹ ਟਾਈਮ ਵੀ ਸਾਡਾ ਵਿਗੜਿਆ ਹੋਇਆ ਸ਼ਬਦ ਹੈ। ਟਾਈਮ ਕੀ ਟਾਈਮ ਹੋ ਗਿਆ? ਟਾਈਮ ਸ਼ਬਦ ਕੋਈ ਨਹੀਂ, ਟਾਈਮ ਸ਼ਬਦ ਇੰਗਲਿਸ਼ ਵਰਡ ਹੈ। ਸਮਾਂ ਬਹੁਤ ਘੱਟ ਕਹਿੰਦੇ ਨੇ ਵੀ ਸਮਾਂ ਜੀ ਦੇਖੋ ਜੀ, ਬਸ ਕਦੇ ਕਹਿੰਦੇ ਵੀ ਸਮਾਂ ਮਾੜਾ ਆ ਗਿਆ, ਸਮਾਂ ਚੰਗਾ ਆ ਗਿਆ, ਉਦੋਂ ਹੀ ਕਹਿੰਦੇ ਆ, ਨਹੀਂ ਤਾਂ ਸਾਡਾ ਟਾਈਮ ਹੀ ਹੁੰਦਾ ਗਾ। ਪੰਜਾਬੀ ਵਿੱਚ ਕਹਿੰਦੇ ਨੇ ਵੇਲਾ, ਅੰਮ੍ਰਿਤ ਵੇਲਾ, ਸਵੇਰ ਵੇਲਾ ਨਹੀਂ, ਅੰਮ੍ਰਿਤ ਵੇਲਾ। ਜੇ ਵੇਲਾ ਵਕਤ ਵਿਚਾਰੀਏ ਵੇਲਾ। ਮਹਾਰਾਜ ਕਹਿੰਦੇ ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ। ਉੱਥੇ ਵੀ ਸ਼ਬਦ ਆਉਂਦਾ ਵੇਲਾ, ਵੇਲਾ। ਤੇ ਜੇ ਹੈਰਾਨ ਹੋਵੋਗੇ, ਥਾਈਲੈਂਡ ਦੇ ਵਿੱਚ, ਥਾਈ ਭਾਸ਼ਾ ਦੇ ਵਿੱਚ, ਉੱਥੇ ਥਾਈ ਭਾਸ਼ਾ ਦੇ ਵਿੱਚ ਵੇਲਾ ਹੀ ਬੋਲਦੇ ਨੇ ਸਮੇਂ ਨੂੰ, ਟਾਈਮ ਨੂੰ, ਵੇਲਾ। ਕਿਉਂਕਿ ਕੁਝ ਭਾਸ਼ਾਵਾਂ ਇੱਕ ਦੂਜੀ ਭਾਸ਼ਾ ਦੇ ਵਿੱਚ ਸ਼ਬਦ ਪਏ ਨੇ, ਸਾਡੀ ਭਾਸ਼ਾ 'ਚ ਬੜੇ ਸ਼ਬਦ ਨੇ। ਖੈਰ ਬਾਬਾ ਜੀ ਕਹਿੰਦੇ ਕਵਣ ਸੋ ਵੇਲਾ। ਉਹ ਵੇਲਾ ਕਿਹੜਾ ਹੈ? ਅੱਗੇ ਕਹਿੰਦੇ ਵਕਤ ਕਵਣ। ਹੁਣ ਵੇਲਾ ਤੇ ਵਕਤ ਗੱਲ ਇੱਕੋ ਹੀ ਹੈ, ਪਰ ਜਿਹੜਾ ਵੇਲਾ ਸ਼ਬਦ ਹੈ ਇਹ ਤੇ ਵਕਤ ਕਹਿੰਦੇ ਨੇ ਜਿਹੜੇ ਮੋਮਨ ਪਰਪਾਟੀ ਨਾਲ ਸੰਬੰਧਿਤ ਨੇ, ਮੋਮਨ ਲੋਕ ਨੇ, ਕਾਜੀ ਲੋਕ ਨੇ, ਉਹ ਵਕਤ ਕਹਿੰਦੇ ਨੇ। ਕਿਆ ਵਕਤ ਹੋ ਗਿਆ? ਸਾਡੇ ਵੇਲਾ ਕਹਿੰਦੇ ਹੁੰਦੇ ਨੇ ਵੀ ਕਿਹੜਾ ਵੇਲਾ, ਤੇ ਉਹ ਕਹਿੰਦੇ ਕਿਹੜਾ ਵਕਤ। ਕਵਣ ਸੋ ਵੇਲਾ ਵਕਤ ਕਵਣ। ਵਕਤ ਕਿਹੜਾ ਸੀ? ਕਵਣ ਥਿਤ। ਇਹ ਜੋਗੀਆਂ ਕੋਲੇ ਹੁੰਦੀਆਂ ਨੇ ਥਿੱਤਾਂ। ਥਿੱਤ ਕਿਹੜੀ ਹੁੰਦੀ ਹੈ? ਥਿੱਤ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆਪਾਂ? ਤਰੀਕ, ਡੇਟ, ਵੀ ਕਿੰਨੀ ਤਰੀਕ ਆ। ਇਹ ਥਿੱਤਾਂ ਵਰਤ ਗਏ ਨੇ। ਤਿਥੀ, ਥਿੱਤ, ਤਰੀਕ, ਡੇਟ। ਉਹ ਉਸ ਦਿਨ ਦੀ ਆਪਾਂ, ਕਿਉਂਕਿ ਸ਼ਬਦ ਸਾਨੂੰ ਵਰਤਣਾ ਪੈਣਾ ਵੀ ਉਹ ਤਰੀਕ ਕਿਹੜੀ ਸੀਗੀ, ਥਿੱਤ ਕਿਹੜੀ ਸੀਗੀ, ਵੇਲਾ ਕਿਹੜਾ ਸੀ। ਇਹੀ ਹੈ ਨਾ, ਆਪਾਂ ਗਿਣਤੀ ਮਿਣਤੀ ਇਹੀ ਪਾਈ ਸੀ, ਜਾਂ ਅੱਗੇ ਪੰਡਤਾਂ ਨੇ ਪਾਈ ਸੀ, ਜਾਂ ਕਾਦੀਆਂ ਨੇ ਪਾਈ, ਜਾਂ ਜੋਗੀਆਂ ਨੇ ਪਾਈ ਸੀ। ਸਾਹਿਬ ਕਹਿੰਦੇ ਕਵਣ ਸੋ ਵੇਲਾ ਵਕਤ ਕਵਣ। ਕਵਣ ਥਿੱਤ ਤੇ ਕਵਣ ਵਾਰ। ਆ ਵਾਰ ਤੁਸੀਂ ਸ਼ਬਦ ਵਾਰਦੇ ਹੋ, ਹਰੇਕ ਨਾਲ ਲੱਗ ਜਾਂਦਾ। ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ। ਜਿਹੜਾ ਵਾਰ ਸ਼ਬਦ ਆ ਰਿਹਾ ਹੈਗਾ ਇਹ ਦਿਨ ਹੈ। ਉਹਨਾਂ ਦੀ ਪਛਾਣ ਵਾਸਤੇ ਅੱਗੇ ਨਾਂ ਲਿਖੇ ਨੇ। ਬਾਬਾ ਜੀ ਕਹਿੰਦੇ ਫਿਰ ਉਹ ਦਿਨ ਕਿਹੜਾ ਸੀ, ਤਰੀਕ ਕਿਹੜੀ ਸੀ, ਤੇ ਅੱਗੇ ਲਿਖਿਆ ਵੀ ਉਹ ਵਕਤ ਕਿਹੜਾ ਸੀ, ਸਮਾਂ। ਸਵਾਲ ਨਹੀਂ ਪਤਾ ਲੱਗਿਆ ਵੀ ਕਿਹੜਾ ਸੀ, ਸਵਾਲ ਨਹੀਂ ਅਜੇ ਪਤਾ ਲੱਗਿਆ, ਤਾਂ ਸਿਰਫ ਐਂ ਦੱਸਿਆ ਭਾਈ ਕਿਹੜਾ ਵਕਤ ਸੀ, ਆਪ ਕਾਹਦੇ ਵਾਸਤੇ ਗੱਲ ਕਰਦੇ ਪਤਾ ਨਹੀਂ। ਹੁਣ ਅੱਗੇ ਦੱਸਣਗੇ। ਅੱਗੇ ਬਾਬਾ ਜੀ ਕਹਿੰਦੇ ਕਵਣ ਸੇ ਰੁੱਤੀ। ਹੁਣ ਰੁੱਤ ਹੁੰਦੀ ਹੈ, ਰੁੱਤਾਂ ਆਉਂਦੀਆਂ ਨੇ ਨਾ। ਹੁਣ ਜਿਵੇਂ ਗਰਮੀ ਰੁੱਤ ਹੈ, ਅੱਗੇ ਨਾ ਕਹਿਣੇ ਜਦੋਂ ਅੱਗੇ ਸਿਆਣੇ ਡੇਟ ਵਗੈਰਾ ਜਾਂ ਦਿਨ ਵਗੈਰਾ ਵੀ ਨਹੀਂ ਸੀ ਲਿਖਦੇ ਹੁੰਦੇ ਸੀ। ਮਾਈਆਂ ਨੇ ਕਹਿਣਾ ਜੀ ਜਦੋਂ ਯਾਦ ਆ ਵੀ ਹੱਲਿਆਂ ਵੇਲੇ ਜਨਮ ਹੋਇਆ ਸੀ, ਆਮ ਕਰਕੇ ਕਹਿੰਦੇ। ਸਾਉਣ ਦਾ ਮਹੀਨਾ ਹੋਵੇ, ਮੀਂਹ ਪੈਂਦਾ ਸੀਗਾ, ਬੱਚੇ ਦਾ ਜਨਮ ਹੋ ਗਿਆ, ਨਾਂ ਰੱਖਤਾ ਸਾਉਣ ਸਿੰਘ, ਯਾਦ ਰਹੂਗਾ ਸਾਉਣ। ਜਿਵੇਂ ਜੇਠ ਦੇ ਮਹੀਨੇ ਵਿੱਚ ਜੇਠਾ, ਜੇਠੂ, ਇਹੋ ਜਿਹੇ ਨਾਂ ਰੱਖ ਦਿੰਦੇ ਸੀਗੇ। ਅਤੇ ਉਹ ਸਰਦੀ ਰੁੱਤ ਹੋਣੀ, ਉਹੋ ਜਿਹਾ ਨਾਂ ਰੱਖ ਦੇਣਾ। ਠੰਡ ਦਾ ਮਤਲਬ ਹੋਣਾ ਉਹੋ ਜਿਹਾ ਰੱਖ ਦੇਣਾ, ਗਰਮੀ ਦਾ ਮਤਲਬ ਹੁਣ ਉਹੋ ਜਿਹਾ ਨਾਂ ਰੱਖ ਦੇਣਾ। ਕੁਛ ਇਸ ਤਰ੍ਹਾਂ ਦਾ ਹੁੰਦਾ ਸੀ। ਬਾਬਾ ਜੀ ਕਹਿੰਦੇ ਰੁੱਤ ਕਿਹੜੀ ਸੀ ਉਹ? ਕਵਣ ਸੋ ਰੁੱਤੀ ਮਾਹ। ਮਾਹ ਹੁੰਦਾ 12 ਮਾਹ, 12 ਮਹੀਨੇ। ਅਤੇ ਮਾਹ ਕਿਹੜਾ ਸੀ, ਮਹੀਨਾ ਕਿਹੜਾ ਸੀ ਫਿਰ? ਅਤੇ ਬਾਬਾ ਜੀ ਅੱਗੇ ਕਹਿੰਦੇ ਕਵਣ ਸੋ ਰੁੱਤੀ ਮਾਹ ਕਵਣ। ਹੁਣ ਪੁੱਛਦੇ ਨੇ ਸਵਾਲ, ਜਿੱਤ ਜਿਸ ਦਿਨ ਹੋਆ ਆਕਾਰ। ਇੱਥੇ ਆ ਕੇ ਪਤਾ ਲੱਗਿਆਗਾ ਵੀ ਉੱਪਰਲੀਆਂ ਜਿੰਨੀਆਂ ਗੱਲਾਂ ਕਹੀਆਂ ਨੇ ਵੀ ਸਾਨੂੰ ਦੱਸੋ ਭਾਈ ਵੇਲਾ ਕਿਹੜਾ ਸੀ, ਵਕਤ ਕਿਹੜਾ ਸੀ।
ਕਿਹੜੀ ਤਰੀਕ ਸੀ, ਕਿਹੜਾ ਦਿਨ ਸੀ, ਕਿਹੜਾ ਮਹੀਨਾ ਸੀ ਜਿਸ ਦਿਨ ਆਕਾਰ ਬਣਿਆ। ਹੁਣ ਧਿਆਨ ਦਿਓ ਇੱਥੇ, ਪਹਿਲਾਂ ਉਸ ਤੋਂ ਪਹਿਲਾਂ ਕੀ ਸੀ? ਆਦਿ ਸੱਚ, ਸ੍ਰਿਸ਼ਟੀ ਦਾ ਸਭ ਪਰਮੇਸ਼ਰ ਹੀ ਸੀਗਾ, ਹੋਰ ਕੁਛ ਨਹੀਂ ਸੀ। ਅਰਵਦ ਨਰਵਦ ਧੁੱਧੂ ਕਾਰਾ, ਨਾ ਸੂਰਜ, ਨਾ ਚੰਦ, ਨਾ ਸਿਤਾਰੇ, ਕੁਛ ਨਹੀਂ ਸੀਗਾ, ਸਿਰਫ ਸੁੰਨੇ ਸੁੰਨ ਸਮਾਇੰਦਾ। ਤੇ ਜਦੋਂ ਸਭ ਕੁਝ ਹੈ ਹੀ ਨਹੀਂ ਸੀ ਤਾਂ ਫਿਰ ਜਿੱਤ ਹੁਆ ਆਕਾਰ, ਜਿਸ ਦਿਨ ਆਕਾਰ ਬਣਿਆ ਉਹ ਦਿਨ ਕਿਹੜਾ ਸੀਗਾ, ਉਹ ਟਾਈਮ ਕਿਹੜਾ ਸੀ, ਉਹ ਮਹੀਨਾ ਕਿਹੜਾ ਸੀ? ਫਿਰ ਵਾਪਸ ਆਓ, ਜੇ ਰੱਬ ਨੂੰ ਜਾਣਨ ਦੀ ਗੱਲ ਕਰਦੇ ਹਾਂ, ਦੱਸੋ ਫਿਰ। ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਜਿੱਤ ਹੋਆ ਆਕਾਰ, ਨਿਰਾਕਾਰ ਤੋਂ ਆਕਾਰ ਬਣਿਆ। ਵਾਹਿਗੁਰੂ ਨਿਰਾਕਾਰ ਆ, ਉਹ ਆਕਾਰ ਵਿੱਚ ਨਹੀਂ ਹੈਗਾ, ਕੋਈ ਉਹਦਾ ਆਕਾਰ ਨਹੀਂ। ਸਾਡੇ ਸਭ ਆਕਾਰ ਨੇ, ਆਕਾਰ ਕਿਸੇ ਨਾ ਕਿਸੇ ਚੀਜ਼ 'ਚ ਰੂਪ ਲਿਆ ਹੋਇਆ, ਆਕਾਰ ਵਿੱਚ ਆ ਗਏ। ਜਿਹੜੀ ਇੱਕ ਲਿਖਿਆ ਸ਼ਬਦ, ਫਿਰ ਅੱਗੇ ਸੀ ਓਅੰਕਾਰ। ਤੁਹਾਨੂੰ ਸ਼ਾਇਦ ਯਾਦ ਹੋ, ਜਿਹਦੇ ਪਹਿਲੇ ਦਿਨ ਆਪਾਂ ਸ਼ਬਦ ਵਿਚਾਰ ਕੀਤੀ ਸੀ, ਉਹਦੇ ਮੈਂ ਕਿਹਾ ਸੀ ਓਅੰਕਾਰ। ਉਹ ਜਿਹੜੀ ਕਾਰ ਹੈ ਨਾ, ਕਿੰਨੀ ਲੰਮੀ ਕਰਕੇ ਬਣਾਈ ਹੋਈ ਆ। ਉਹ ਕਾਰ ਦਾ ਮਤਲਬ ਕੀ ਆ? ਜਿਹੜੀ ਓਮ ਸ਼ਬਦ ਹੈ ਸ੍ਰਿਸ਼ਟੀ ਵਿੱਚ ਸਾਰਾ ਕਾਰ ਰੂਪ ਵਿੱਚ ਹੈ। ਇਹ ਕਾਰ ਹੀ ਹੁਕਮ ਹੈ ਜਿਹੜੀ ਸਾਰੀ ਸ੍ਰਿਸ਼ਟੀ ਵਿੱਚ ਹੈ, ਇਹ ਕਾਰ ਹੀ ਹੈ। ਕਾਰ ਕੀ ਹੁੰਦੀ ਹੈ? ਲਕੀਰ, ਬਾਉਂਡਰੀ। ਆ ਤੁਸੀਂ ਕਹਿੰਦੇ ਨਹੀਂ ਹੁੰਦੇ ਕਿ ਤੱਤੀ ਵਾਓ ਨਾ ਲੱਗੀ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਬੋਲੋ ਰਾਮ ਕਾਰ। ਕਾਰ ਕੀ ਦਾ? ਲਕੀਰ ਕਾਰ। ਇਹ ਕਾਰ ਸੀ, ਇਹ ਕਾਰ ਬਣੀ, ਐਵੇਂ ਕਾਰ ਬਣਾਈ ਹੋਈ ਹੈ। ਇਹ ਆਕਾਰ ਕੀ ਹੈ? ਜਿਹੜੀ ਚੀਜ਼ ਕਾਰ ਵਿੱਚ ਆ ਗਈ, ਆਕਾਰ ਵਿੱਚ ਬਣ ਗਈ, ਜਿਹੜੀ ਵਰਤੋਂ ਵਿੱਚ ਦਿਖਣ ਵਿੱਚ ਆਏਗੀ। ਜੋ ਆਕਾਰ ਵਿੱਚ ਹੋਏਗਾ ਉਹ ਦਿਖੇਗਾ ਵੀ। ਕੋਈ ਵੀ ਚੀਜ਼ ਆਕਾਰ ਧਾਰਨ ਕੀਤਾ ਸਾਨੂੰ ਦਿਖਦੀਆਂ ਨਹੀਂ। ਮੈਂ ਸ਼ਬਦ ਬੋਲ ਰਿਹਾ ਨਾ, ਇਹਦਾ ਆਕਾਰ ਨਹੀਂ, ਪਰ ਜੇ ਸ਼ਬਦ ਲਿਖਣ ਵਿੱਚ ਆ ਜਾਏਗਾ ਇਹਦਾ ਆਕਾਰ ਬਣ ਜਾਏਗਾ। ਕਿੱਡੇ ਕੁ ਆਕਾਰ ਦੇ ਅੱਖਰ ਨੇ, ਵੱਡੇ ਅੱਖਰ ਲਿਖਿਆ ਹੁੰਦਾ, ਕੈਪੀਟਲ ਲੈਟਰ ਮਤਲਬ ਵੱਡੇ, ਛੋਟੇ, ਐਵੇਂ ਕਰਕੇ ਉਹਦਾ ਆਕਾਰ ਬਣ ਜਾਂਦਾ। ਪਰ ਵਾਹਿਗੁਰੂ ਨਿਰਾਕਾਰ ਸੀ। ਉਹ ਜਿਸ ਦਿਨ ਆਕਾਰ ਬਣਿਆ, ਉਹ ਕਿਹੜਾ ਟਾਈਮ ਸੀ, ਉਹ ਕਿਹੜਾ ਦਿਨ ਸੀ, ਉਹ ਕਿਹੜੀ ਰਾਤ ਸੀ? ਤੁਸੀਂ ਦੱਸੋ। ਹੁਣ ਬਾਬਾ ਜੀ ਅੱਗੇ ਕਹਿੰਦੇ ਕਵਣ ਸੇ ਰੁੱਤੀ ਮਾਹ ਕਵਣ ਜਿੱਤ ਹੁਆ ਆਕਾਰ। ਵੇਲ, ਇੱਥੇ ਵੇਲ ਦਾ ਮਤਲਬ ਵੇਲਾ ਹੈ, ਸਮਾਂ। ਵੇਲ ਨਾ ਪਾਈਆ ਪੰਡਤੀ, ਜਿਹੜੇ ਪੰਡਿਤ ਲੋਕ ਸੀ, ਪੰਡਿਤ ਸ਼ਬਦ ਵਿਦਵਾਨ ਦਾ, ਸਕਾਲਰ, ਵਿਦਵਾਨ। ਇੱਥੇ ਕਿਸੇ ਖਾਸ ਕੈਟਾਗਰੀ ਨਾਲ ਸੰਬੰਧਿਤ ਸ਼ਬਦ ਨਹੀਂ ਪੰਡਿਤ। ਪੰਡਿਤ ਆਮ ਕਰਕੇ ਅੱਗੇ ਨਾ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਸੀ ਉਹਨੂੰ ਪੰਡਿਤ ਕਹਿੰਦੇ ਸੀ। ਅੱਜ ਕੀ ਕਹਿੰਦੇ ਨੇ? ਅੱਜ ਅਸੀਂ ਉਹਨੂੰ ਕਹਿੰਦੇ ਵਿਦਵਾਨ ਕਹਿ ਦਿੰਦੇ ਨੇ, ਅੱਗੇ ਪੰਡਿਤ ਕਹਿੰਦੇ ਸੀ, ਸਕਾਲਰ ਕਹਿ ਦਿੰਦੇ ਨੇ। ਬਾਬਾ ਜੀ ਕਹਿੰਦੇ ਵੇਲ ਨਾ ਪਾਈਆ ਪੰਡਤੀ। ਪੰਡਤਾਂ ਨੂੰ ਵੇਲਾ ਪਤਾ ਹੀ ਨਹੀਂ ਲੱਗਿਆ। ਉੱਪਰ ਪਹਿਲਾਂ ਕਿਹਾ ਸੀ ਵੇਲਾ ਦੱਸੋ, ਕਹਿੰਦੇ ਪਤਾ ਹੀ ਨਹੀਂ ਇਹਨਾਂ ਨੂੰ। ਕਿਉਂ ਨਹੀਂ ਪਤਾ? ਕਹਿੰਦੇ ਜੇ ਪਤਾ ਹੁੰਦਾ ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਜੇ ਪੁਰਾਣਾਂ ਦੇ ਵਿੱਚ ਕਿਤੇ ਲਿਖਿਆ ਮਿਲ ਜਾਂਦਾ ਨਾ, ਪਤਾ ਲੱਗ ਜਾਂਦਾ ਵੀ ਆਹ ਦੇਖੋ ਜੀ ਫਲਾਣੀ ਤਰੀਕ ਨੂੰ ਸ੍ਰਿਸ਼ਟੀ ਬਣੀ ਹੈ। ਫਿਰ ਪੁਰਾਣਾਂ ਦੇ ਵਿੱਚ ਲਿਖਿਆ ਜਾਂਦਾ, ਵੇਦਾਂ ਤੋਂ ਥੱਲੇ ਪੁਰਾਣ ਨੇ, ਪੁਰਾਣਾਂ ਦੇ ਵਿੱਚ ਜ਼ਿਕਰ ਆ ਜਾਂਦਾ। ਲਿਖਿਆ ਹੋਣਾ ਸੀ ਕਿਤੇ ਨਾ ਕਿਤੇ, ਲਿਖ ਦੇਣਾ ਸੀ ਇਹਨਾਂ ਨੇ ਕਿਤੇ ਨਾ ਕਿਤੇ ਵੀ ਆਹ ਦੇਖੋ ਜੀ ਸ੍ਰਿਸ਼ਟੀ ਦਾ ਪਤਾ ਮੂਲ ਕਦੋਂ ਹੋਇਆ ਸੀ। ਇਸੇ ਕਰਕੇ ਦਾ ਮੂਲ ਮੰਤਰ ਹੈ, ਉਹਦਾ ਮੂਲ ਪਰਮੇਸ਼ਰ ਹੈ, ਹੋਰ ਕੁਛ ਨਹੀਂ ਹੈਗਾ। ਇਹ ਸ੍ਰਿਸ਼ਟੀ ਦੇ ਮੂਲ ਦੇਖਣ ਲੱਗ ਪਏ। ਸਾਹਿਬ ਕਹਿੰਦੇ ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਫਿਰ ਮਿਲ ਜਾਣਾ ਸੀ ਪੁਰਾਣਾਂ ਦੇ ਵਿੱਚ। ਅੱਗੇ ਕਹਿੰਦੇ ਵਕਤ ਨਾ ਪਾਇਓ ਕਾਦੀਆ। ਇਹ ਕਾਦੀਆਂ ਇੱਕ ਪਿੰਡ ਵੀ ਹੈ, ਕਾਦੀਆਂ। ਉੱਥੇ ਇੱਥੇ ਹੀ ਰੌਲਾ ਪੈ ਗਿਆ ਸੀ, ਉਹਨਾਂ ਨੂੰ ਸਮਝ ਲੱਗੀ। ਉਹਨਾਂ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ 'ਚ ਕਾਦੀਆਂ ਦਾ ਜ਼ਿਕਰ ਆਇਆ। ਅਸਲ ਵਿੱਚ ਕਾਜ਼ੀਆਂ ਨੂੰ ਕਾਦੀਆਂ ਕਿਹਾ ਹੈ। ਕਾਦੀਆਂ ਮੇਰੇ ਖਿਆਲ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਾਦੀਆਂ ਹੈਗਾ। ਉਹ ਤਾਂ ਇੱਕ ਬਹੁਤ ਵੱਡਾ ਅਡੰਬਰ ਵੀ ਹੈ। ਉਹ ਕਹਿੰਦੇ ਕਾਦੀਆਂ ਨੇ। ਖੈਰ ਉਹ ਵਕਤ ਨਾ ਪਾਇਓ ਕਾਦੀਆਂ, ਕਾਜ਼ੀਆਂ ਨੇ ਵੀ ਵਕਤ ਨਹੀਂ ਪਾਇਆ। ਕਾਜ਼ੀ ਹੋਰ ਹੁੰਦਾ, ਮੁੱਲਾ ਹੋਰ ਹੁੰਦਾ ਹੈ, ਇਹ ਅਲੱਗ-ਅਲੱਗ ਨੇ। ਕਾਜ਼ੀ ਉਹ ਹੁੰਦਾ ਹੈ ਜਿਹੜਾ ਫਤਵਾ ਲਾਉਂਦਾ, ਜਿਵੇਂ ਅਸੀਂ ਕਹਿੰਦੇ ਕਾਜ਼ੀ ਨੇ ਫਤਵਾ ਸੁਣਾਇਆ। ਮੁੱਲਾ ਨਹੀਂ ਲਾ ਸਕਦਾ। ਮੁੱਲਾ ਤੱਕ ਜਿਵੇਂ ਗ੍ਰੰਥੀ ਹੁੰਦਾ, ਇੱਕ ਪੰਡਿਤ ਹੁੰਦਾ, ਉਵੇਂ।
ਉਹ ਬਾਬਾ ਜੀ ਕਹਿੰਦੇ ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਕੁਰਾਨ ਦੇ ਵਿੱਚ ਫਿਰ ਲਿਖਿਆ ਮਿਲ ਜਾਣਾ ਸੀ ਵੀ ਆਹ ਦੇਖੋ ਵਕਤ ਲਿਖਿਆ ਹੋਇਆ ਜਦੋਂ ਸ੍ਰਿਸ਼ਟੀ ਬਣੀ। ਹੁਣ ਬਾਬਾ ਜੀ ਅੱਗੇ ਕਹਿੰਦੇ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੇ। ਤੀਜੇ ਅੱਗੇ ਜੋਗੀ, ਥਿਤ ਤੇ ਵਾਰ। ਥਿਤ ਦਾ ਮਤਲਬ ਤਰੀਕ, ਵਾਰ ਦਾ ਮਤਲਬ ਦਿਨ ਕਿਹੜਾ। ਥਿਤ ਤੇ ਵਾਰ ਜੋਗੀ ਵੀ ਨਹੀਂ ਜਾਣਦੇ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ। ਨਾ ਉਹ ਰੁੱਤ ਦੱਸ ਸਕਦੇ ਨੇ, ਨਾ ਮਹੀਨਾ ਦੱਸ ਸਕਦੇ ਨੇ, ਕੋਈ ਪਤਾ ਹੀ ਨਹੀਂ ਇਹਨਾਂ ਨੂੰ। ਰੁੱਤ ਮਾਹ ਨਾ ਕੋਈ। ਹੁਣ ਧਿਆਨ ਦਿਓ, ਹੁਣ ਜਿਹਨੂੰ ਮਰਜ਼ੀ ਪੁੱਛ ਲਓ, ਕਹਿੰਦੇ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ। ਕਿਉਂ ਨਹੀਂ ਪਤਾ ਸੀ? ਕਿਉਂਕਿ ਇਹ ਆਪ ਆਕਾਰ 'ਚ ਨੇ। ਫਿਰ ਨਿਰਾਕਾਰ ਦਾ ਕਿਵੇਂ ਪਤਾ ਲੱਗ ਜਾਂਦਾ? ਨਹੀਂ ਪਤਾ ਲੱਗ ਸਕਦੇ। ਸਾਹਿਬ ਕਹਿੰਦੇ ਫਿਰ ਜੇ ਪਤਾ ਲਾਉਣਾ ਸੀ ਨਾ ਇਹ ਸ੍ਰਿਸ਼ਟੀ ਦਾ, ਕਦੋਂ ਰਚੀ ਗਈ, ਕਦੋਂ ਬਣੀ ਗਈ, ਇਹ ਲਿਖ ਹੀ ਨਹੀਂ ਸਕਦੇ। ਕਿਉਂਕਿ ਜੇ ਇਹਨਾਂ ਨੂੰ ਪਤਾ ਹੁੰਦਾ ਫਿਰ ਕਿਤੇ ਕਿਤੇ ਲਿਖਿਆ ਇਹਨਾਂ ਨੇ ਦੇ ਦੇਣਾ ਸੀ, ਆਹ ਲਓ ਜੀ ਆਹ ਪਿਆ ਲਿਖਿਆ ਹੋਇਆ। ਫਿਰ ਬਾਬਾ ਜੀ ਕਿਵੇਂ ਪਤਾ ਲੱਗੇਗਾ? ਸਾਹਿਬ ਕਹਿੰਦੇ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ। ਫਿਰ ਪਤਾ ਲੱਗੇਗਾ ਨਾ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ। ਜਦੋਂ ਕਰਤੇ ਨੇ ਸ੍ਰਿਸ਼ਟੀ ਨੂੰ ਸਾਜਿਆ ਹੈ ਨਾ, ਇਸ ਚੀਜ਼ ਦਾ ਨਾ ਪੰਡਤ ਜੀ, ਨਾ ਕਾਜੀ ਜੀ, ਨਾ ਜੋਗੀ ਜੀ ਪਤਾ ਨਹੀਂ ਲਾ ਸਕੇ। ਕਿਉਂਕਿ ਉਸ ਵਕਤ ਦੇ ਸਭ ਤੋਂ ਸਿਰਮੌਰ ਇਹ ਸੀ, ਨਹੀਂ ਲਾ ਸਕੇ ਪਤਾ। ਜੇ ਪਤਾ ਹੁੰਦਾ ਫਿਰ ਲਿਖ ਦੇਣਾ ਸੀ, ਕਿਤੇ ਨਾ ਕਿਤੇ ਬਿਆਨ ਆ ਜਾਣਾ ਸੀ। ਤੇ ਫਿਰ ਸਵਾਲ ਆਏਗਾ ਫਿਰ ਪਤਾ ਕਿਹਨੂੰ ਹੈ? ਤੇ ਬਾਬਾ ਜੀ ਕਹਿੰਦੇ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ। ਜਿਹਨੇ ਸ੍ਰਿਸ਼ਟੀ ਸਾਜੀ ਹੈ, ਅਗਲੀ ਅੱਧੀ ਪੰਕਤੀ ਕਹਿੰਦੇ ਆਪੇ ਜਾਣੇ ਸੋਈ। ਉਹ ਆਪ ਹੀ ਜਾਣਦਾ ਹੈ। ਧਿਆਨ ਦਿਆ ਜੀ, ਇੱਥੇ ਸੀ ਇਹ ਜਾਣਨ ਦੀ ਕੋਸ਼ਿਸ਼ ਕਰਦੇ ਸੀ। ਜਾਣਨ ਦੀ ਕੋਸ਼ਿਸ਼ ਕਰਦੇ। ਕਿਹਦੀ ਜਾਣਨ ਦੀ? ਵੀ ਸ੍ਰਿਸ਼ਟੀ ਕਦੋਂ ਰਚੀ ਹੈ, ਤੇ ਤੁਸੀਂ ਕਾਹਦੇ ਵਾਸਤੇ ਕੀ ਲੈਣੇ ਇਹਦੇ 'ਚੋਂ, ਕਿੰਨੇ ਕਾਏ ਕਿੰਨੇ ਕੁ ਉਹਨੂੰ ਖੱਪ ਕੇ ਤੁਰ ਗਏ ਇੱਥੋਂ। ਉਹਦੇ ਬਾਰੇ ਨਹੀਂ ਪਤਾ ਲਾ ਸਕੇ, ਉਹਦਾ ਭੇਦ ਨਹੀਂ, ਕੋਈ ਮਰਮ ਨਹੀਂ ਪਾ ਸਕਦੇ। ਸਨਕ ਸੁਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਨਹੀਂ ਜਾਣ ਸਕੇ। ਕਵਲਾ ਪਤ ਕਵਲਾ ਨਹੀਂ ਜਾਨਾ, ਨਹੀਂ ਜਾਣ ਸਕੇ। ਉਹਦਾ ਭੇਦ ਨਹੀਂ ਜਾ ਸਕਦੇ। ਉਹ ਬੇਅੰਤ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਜਿਸ ਕਰਤੇ ਨੇ ਜਿਸ ਦਿਨ ਸ੍ਰਿਸ਼ਟੀ ਰਚੀ ਹੈ ਨਾ, ਉਹੀ ਜਾਣਦਾ ਹੈ। ਉਹੀ ਜਾਣਦਾ ਵੀ ਸ੍ਰਿਸ਼ਟੀ ਕਦੋਂ। ਦੇਖੋ ਧਿਆਨ ਦਿਓ, ਦਿਨ ਤਾਂ ਤੁਸੀਂ ਤਾਂ ਦੱਸੋਗੇ ਜੇ ਉਦੋਂ ਸੂਰਜ ਹੋਊਗਾ। ਕਿਉਂਕਿ ਸੂਰਜ ਚੜ੍ਹਦਾ ਤੇ ਦਿਨ ਚੜ੍ਹਦਾ। ਐਂ ਕਹਿੰਦੇ ਆ ਨਾ, ਸੂਰਜ ਚੜ੍ਹ ਗਿਆ ਦਿਨ ਚੜ੍ਹ ਗਿਆ। ਉਦੋਂ ਸੂਰਜ ਹੀ ਨਹੀਂ ਸੀਗਾ, ਦਿਨ ਕਿੱਥੋਂ ਚੜ੍ਹਨਾ? ਜਦੋਂ ਸੂਰਜ ਨਹੀਂ ਹੈਗਾ ਤੇ ਫਿਰ ਦਿਨ ਨਹੀਂ ਹੈਗਾ, ਤੇ ਜਦੋਂ ਦਿਨ ਨਹੀਂ ਹੈਗਾ ਤੇ ਫਿਰ ਰਾਤ ਵੀ ਨਹੀਂ ਹੈਗੀ। ਤੇ ਦਿਨ ਨਹੀਂ, ਫਿਰ ਉਹ ਦਿਨ ਦਾ ਨਾਂ ਕੀ ਰੱਖਣਾ ਸੀਗਾ? ਫਿਰ ਕੋਈ ਨਾਂ ਨਹੀਂ ਹੈਗਾ ਉਹਦਾ। ਜਦੋਂ ਦਿਨ ਹੀ ਨਹੀਂ ਹੈਗੇ, ਦਿਨਾਂ ਦੇ ਕੀ ਬਣਦੇ ਨੇ? ਮਹੀਨੇ। ਫਿਰ ਮਹੀਨੇ ਕਿੱਥੋਂ ਬਣਨੇ ਸੀ? ਕੋਈ ਮਹੀਨਾ ਨਹੀਂ। ਫਿਰ ਰੁੱਤਾਂ ਬਦਲਦੀਆਂ ਨੇ, 6 ਮਹੀਨੇ ਬਾਅਦ 4 ਮਹੀਨੇ ਬਾਅਦ ਰੁੱਤ ਬਦਲਦੀ ਹੈ। ਫਿਰ ਉਹ ਰੁੱਤਾਂ ਵੀ ਆਉਂਦੀਆਂ। ਰੁੱਤਾਂ ਹੈ ਹੀ ਨਹੀਂ, ਉਹ ਸੂਰਜ ਹੀ ਨਹੀਂ। ਸੂਰਜ ਇੱਕੋ, ਰੁੱਤ ਅਨੇਕਾਂ ਰੁੱਤਾਂ ਬਣਦੀਆਂ ਨੇ, ਸੂਰਜ ਨਾਲ ਬਣਦੀਆਂ ਨੇ। ਇਹ ਜਦੋਂ ਸੂਰਜ ਚੇਂਜ ਹੁੰਦਾ ਤੇ ਰੁੱਤ ਚੇਂਜ ਹੁੰਦੀ ਹੈ। ਇਸ ਕਰਕੇ ਜਿਹੜਾ ਇਹ ਜਿੰਨੀ ਜਿਹਨੂੰ ਤੁਸੀਂ ਕਹਿੰਦੇ ਨਾ ਜੋਤਿਸ਼ ਵਿਦਿਆ, ਇਹ ਇਹਦੇ ਨਾਲ ਹੁੰਦੀ ਆ। ਤੁਸੀਂ ਜਦੋਂ ਦੇਖਿਆ ਉਹਦੇ ਵਿੱਚ ਵੀ ਸੂਰਜ ਇੱਧਰ ਵਗ ਗਿਆ ਜੀ, ਆਹ ਇੱਧਰ ਵਗ ਗਿਆ ਜੀ, ਆਹ ਰਾਸ ਵਿੱਚ ਪ੍ਰਗਟ ਹੋ ਗਿਆ। ਰਾਸ ਆਸਾਂ ਇਹ ਬਣਾਈਆਂ ਹੁੰਦੀਆਂ ਨੇ ਸਾਰੀਆਂ। ਇਹਦੇ 'ਚ ਹੁੰਦਾ ਵੀ ਸੂਰਜ ਘਟ ਗਿਆ, ਕਿਤੇ ਵੱਧ ਗਿਆ, ਕਿਸੇ ਦੇ ਆਹ ਵੱਧ ਗਿਆ, ਕਿਸੇ ਦੇ ਰਾਹੂ, ਕਿਸੇ ਦੇ ਕੇਤੂ। ਇਹ ਗ੍ਰਹਿਆਂ ਦੀ ਗੱਲਾਂ ਨੇ, ਗ੍ਰਹਿਆਂ ਦੀਆਂ। ਇਹ ਬਾਬਾ ਦੇਖੋ ਹੁਣ ਤੁਸੀਂ ਇਹਦੇ 'ਚ ਕਿਆ, ਜਿਹੜਾ ਇਸ ਜੋਗੀਆਂ ਦਾ, ਪੰਡਤਾਂ ਦਾ, ਕਾਜ਼ੀਆਂ ਦਾ ਜਿਹੜਾ ਇਹਦੇ 'ਚ ਗਿਆਨ ਸੀ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ, ਉਹ ਬਾਬੇ ਨੇ ਖੰਡਨ ਕੀਤਾ। ਉਹ ਦੱਸ ਹੀ ਨਹੀਂ ਸਕਦੇ। ਉਹਨਾਂ ਨੂੰ ਇਹ ਤਾਂ ਪਤਾ ਨਹੀਂ ਵੀ ਸ੍ਰਿਸ਼ਟੀ ਕਦੋਂ ਰਚੀ ਗਈ ਹੈ। ਫਿਰ ਕਿਹੜੀ ਰਾਸ ਕਿੱਧਰ ਜਾਂਦੀ ਹੈ, ਕਦੋਂ ਜਾਂਦੀ ਹੈ, ਕਿਵੇਂ ਦੱਸ ਦੇਣਗੇ? ਐਵੇਂ ਗੁੰਮਰਾਹ। ਸਾਹਿਬ ਕਹਿੰਦੇ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ। ਜਦੋਂ ਸ੍ਰਿਸ਼ਟੀ ਨੂੰ ਉਹਨੇ ਸਾਜਿਆ, ਆਪੇ ਜਾਣੇ ਸੋਈ। ਉਹੀ ਜਾਣਦਾ ਹੈ, ਕੋਈ ਹੋਰ ਨਹੀਂ ਜਾਣ ਸਕਦਾ। ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਵਕਾਰ ਆਖਾਂ? ਕਿਵੇਂ ਆਖਾਂ? ਫਿਰ ਕਿਵੇਂ ਆਖ ਸਕਦੇ ਹਾਂ? ਕਿ ਵਸਾਲਾਹੀ
ਕਿਵੇਂ ਸਲਾਹ ਦਿਆਂ। ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ, ਕਿਵੇਂ ਵਰਣਨ ਕਰ ਸਕਦਾ। ਕਿਵ ਜਾਣਾ, ਕਿਵੇਂ ਜਾਣ ਸਕਦਾ ਉਹਨੂੰ, ਨਹੀਂ ਜਾਣ ਸਕਦੇ। ਬਾਬਾ ਨਾਨਕ ਵੀ ਕਹਿੰਦੇ ਨਹੀਂ ਜਾਣਿਆ ਜਾ ਸਕਦਾ। ਕਿਵੇਂ ਉਹਨੂੰ ਵਰਣਨ ਕਰ ਸਕਦੇ, ਨਹੀਂ ਵਰਣਨ ਕਰ ਸਕਦੇ। ਸਲਾਉਣਾ ਵੀ ਤਾਂ ਹੁੰਦਾ, ਦੇਖੋ ਜੀ ਫਲਾਣਾ ਸਿੰਘ ਬੜਾ ਵਧੀਆ ਜੀ, ਐਡਾ ਉਹਦਾ ਕੱਦ ਹੈ ਜੀ, ਇਹੋ ਜਿਹਾ ਰੂਪ ਹੈ, ਇਹ ਸਲਾਉਣਾ ਹੋ ਗਿਆ ਨਾ, ਤਾਂ ਹੀ ਪਤਾ ਲੱਗਦਾ ਨਾ ਉਹ ਕਿਹੋ ਜਿਹਾ। ਇਹਨੂੰ ਕਿਵੇਂ ਜਾਣ ਸਕਦੇ? ਜਾਣਨ ਵਾਸਤੇ ਦੱਸਣਾ ਪਏਗਾ, ਵਰਣਨ ਕਰਨਾ ਪਏਗਾ, ਐਕਸਪਲੇਨ ਕਰਨਾ ਪਏਗਾ, ਉਹਨੂੰ ਡਿਸਕ੍ਰਾਈਬ ਕਰਨਾ ਪਏਗਾ, ਫਿਰ ਹੀ ਪਤਾ ਲੱਗੇਗਾ ਨਾ ਵੀ ਕਿਵੇਂ ਹੋ ਸਕਦਾ। ਉਹ ਦੱਸ ਹੀ ਨਹੀਂ ਸਕਦੇ। ਤੇ ਸਾਹਿਬ ਪਾਤਸ਼ਾਹ ਕਹਿੰਦੇ ਮੈਂ ਤਾਂ ਨਹੀਂ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ। ਹੁਣ ਬਾਬਾ ਨਾਨਕ ਸਿਧਾਂਤ ਦਿੰਦੇ ਨੇ, ਕਹਿੰਦੇ ਨਾਨਕ ਆਖਣ ਸਭ ਕੋ ਆਖੈ। ਆਖਣ ਨੂੰ ਤਾਂ ਸਾਰੀ ਆਖੀ ਜਾਂਦੇ ਨੇ, ਕਿਉਂ ਆਖਦੇ ਨੇ ਪਤਾ? ਇੱਕ ਦੂ ਇੱਕ ਸਿਆਣਾ। ਆਪਦੇ ਆਪ ਨੂੰ ਇੱਕ ਤੋਂ ਇੱਕ ਵੱਡਾ ਸਿਆਣਾ ਸਮਝਦਾ। ਉਹ ਨਹੀਂ ਤੁਹਾਨੂੰ ਨਹੀਂ ਪਤਾ, ਮੈਨੂੰ ਪਤਾ ਹੈ। ਨਹੀਂ ਤੁਹਾਨੂੰ ਨਹੀਂ ਪਤਾ, ਮੈਨੂੰ ਪਤਾ ਹੈ। ਇੱਕ ਤੋਂ ਇੱਕ ਸਿਆਣਾ ਹੈ। ਧਿਆਨ ਦਿਆ ਜੇ ਫਿਰ ਹੁਣ ਆ ਗਈ ਨਾ ਸਿਆਣਪ। ਇਹ ਇਸ ਜਗ੍ਹਾ 'ਤੇ ਆ ਕੇ ਬਾਬਾ ਜੀ ਕਹਿੰਦੇ ਨੇ 21ਵੀਂ ਪੌੜੀ 'ਤੇ ਆ ਕੇ ਸਿਆਣਪਾਂ, ਇਹਦੇ ਤੱਕ ਸਿਆਣਪਾਂ ਨਹੀਂ ਛੱਡੀਆਂ। ਸਹਿ ਸਿਆਣਪਾਂ ਬੋਲੋ, ਸਹਿ ਸਿਆਣਪਾਂ ਆ ਗਈ ਨਾ ਗੱਲ। ਸਿਆਣਪ ਇੱਕ ਤੋਂ ਇੱਕ ਸਿਆਣਾ ਬਣਿਆ ਫਿਰਦਾ ਹੈ, ਕਿਉਂਕਿ ਆਪਦੀ ਅਕਲ ਨਾਲ ਉਹਨੂੰ ਜਾਣਨਾ ਚਾਹੁੰਦਾ ਜਿਹਨੇ ਉਹਨੂੰ ਅਕਲ ਦਿੱਤੀ ਹੈ, ਜਿਹਨੇ ਉਹਨੂੰ ਬੁੱਧੀ ਦਿੱਤੀ ਹੈ, ਉਹਨੂੰ ਜਾਣਨ ਦੀ ਕੋਸ਼ਿਸ਼ ਕਰ। ਤੂੰ ਕਾਹਦੇ ਵਾਸਤੇ ਜਾਣਨਾ ਬਾਬਾ ਕੋਲੋਂ? ਛੱਡੀ ਨਹੀਂ ਸਿਆਣਪ। ਸਿਆਣਪਾਂ ਨਾਲ ਹੀ ਦੇਖਿਆ ਬੜੇ ਸਿਆਣੇ ਬੰਦੇ ਨੇ ਜੀ। ਸਿਆਣੇ ਵੈਸੇ ਮਾਫੀ ਚਾਹਾਂਗਾ, ਸਿਆਣਪ ਦਾ ਜਿਹੜਾ ਮਤਲਬ ਹੈ ਇਹ ਹੈ ਵੀ ਜਿਹੜਾ ਗਿਆਨ ਕਿਸੇ ਨੂੰ ਰਸਤਾ ਦਿਖਾਵੇ, ਉਹ ਤਾਂ ਸਿਆਣਪ ਹੈ। ਜਿਹੜਾ ਕਿਸੇ ਨੂੰ ਗੁੰਮਰਾਹ ਕਰੇ, ਆ ਦੇਖਿਆ ਕਿ ਕਹਿੰਦੇ ਬਾਬੇ ਸਿਆਣਿਆਂ ਕੋਲੇ ਵੜਦੇ ਨੇ। ਸਿਆਣੇ ਜਿਹੜੇ ਉਹ ਸਿਆਣੇ ਨੇ, ਉਹ ਲੋਕਾਂ ਨੂੰ ਗੁੰਮਰਾਹੀ ਕਰਦੇ ਨੇ। ਅਨਪੜ੍ਹ ਬੰਦੇ ਜਿਹੜੇ ਸਿਆਣੇ ਹੁੰਦੇ ਨੇ ਨਾ, ਉਹ ਸਿਆਣੇ ਆਪ ਹੀ ਨੇ, ਪੜ੍ਹੇ ਲਿਖੇ ਨੂੰ ਮੂਰਖ ਬਣਾ ਦਿੰਦੇ ਨੇ। ਆ ਲੈ ਜੀ ਤੇਰੇ ਮਗਰ ਤਾਂ ਭੂਤ ਤੁਰੀ ਫਿਰ, ਚੰਗੇ ਭਲੇ ਨੂੰ ਤੋਰੇ ਬਾਹ ਮਗਰ ਖੜੀ ਹੈ, ਉਹਨੂੰ ਕਿਹੜਾ ਦਿਸਦੀ ਹੈ? ਰਾਤ ਨੂੰ ਤੁਰਿਆ ਜਾਂਦਾ ਵੀ ਦੇਖੋ ਮਗਰ ਹੀ ਆਉਂਦੀ ਹੈ ਕਿਤੇ। ਹਨ ਮੈਂ ਦੇਖਿਆ ਇਹ ਇੱਕ ਗੁੰਮਰਾਹ ਕਰਦੇ ਨੇ। ਅੱਜ ਕਈ ਵਾਰ ਜ਼ਿਕਰ ਕੀਤਾ, ਇੱਕ ਵਾਰ ਕਿਸੇ ਸੱਜਣ ਨੇ ਬਾਹਰੋਂ ਆਏ ਅਤੇ ਉਹ ਮੈਨੂੰ ਕਹਿੰਦੇ ਵੀ ਲੈ ਕੇ ਜਾਣਾ ਹੈ। ਮੈਂ ਤਾਂ ਕਦੇ ਗਿਆ ਵੀ ਨਹੀਂ ਸੀ। ਇਹ ਤੜੀ ਪਿੰਡ ਸ਼ਾਇਦ ਹੈਗਾ, ਹਰਿਆਣੇ ਦੇ ਬਾਰਡਰ 'ਤੇ। ਉੱਥੇ ਕੋਈ ਬਾਬਾ ਸੀਗਾ, ਉਹਨਾਂ ਨਾਲ ਮੈਂ ਗੱਡੀ ਕਰਾਈ, ਉਹਨਾਂ ਨਾਲ ਚਲਾ ਗਿਆ। ਚਲੋ ਹੈਲਪ ਦੇ ਤੌਰ 'ਤੇ ਹੁੰਦੇ, ਸਾਨੂੰ ਪਤਾ ਨਹੀਂ ਲੱਗਦਾ। ਉਹ ਚਲੇ ਗਏ ਜੀ ਉੱਥੇ। ਉਹ ਥੋੜ੍ਹੇ ਚਿਰ ਬਾਅਦ ਉਹ ਚਿਮਟੇ ਜਿਹੇ ਖੜਕਾਉਣ ਲੱਗ ਗਿਆ, ਆਪਦੇ ਦੇ ਤੇਰੇ ਐਵੇਂ। ਅਤੇ ਉਹ ਇੱਕ ਬੀਬੀ ਦਾ ਕਿਹਾ, ਅਤੇ ਉਹ ਬੀਬੀ ਖੜੀ ਹੋਈ, ਅਤੇ ਉਹਨੂੰ ਕਹਿੰਦਾ, ਬੀਬੀ ਕਹਿੰਦਾ ਤੂੰ ਇਕੱਲੀ ਕਿਵੇਂ ਆ ਗਈ? ਨਹੀਂ ਬਾਬਾ ਜੀ ਮੈਂ ਤਾਂ ਇਕੱਲੀ ਹੋਈ ਹਾਂ। ਕਹਿੰਦਾ ਤੇਰੇ ਨਾਲ 3 ਖੜੀਆਂ ਨੇ। ਮੈਂ ਕਿਹਾ ਮੈਂ ਇੱਥੇ ਬੈਠਾ ਸੋਚਿਆ, ਮੇਰਾ ਹਾਸਾ ਨਿਕਲ ਗਿਆ ਵੀ ਬਾਬੇ ਦਾ ਤਾਂ ਮੈਨੂੰ ਪਤਾ ਨਹੀਂ, ਅੱਜ ਬੀਬੀ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ, ਵੀ 3 ਤਾਂ ਮੇਰੇ ਆਲੇ ਦੁਆਲੇ ਖੜੀ ਰਹਿੰਦੀ। ਚੰਗੀ ਭਲੀ ਲੈ ਦੱਸ, ਉਹ ਇਕੱਲੀ ਖੜੀ ਹੈ, 3 ਤੇਰੇ ਨਾਲ ਖੜੀਆਂ ਨੇ, ਤੁਹਾਡਾ ਭਲਾ ਹੋ ਜੇ। ਮੈਂ ਕਿਹਾ ਵੀ ਲਓ ਜੀ, ਇਹ ਤਾਂ ਇਹੀ ਤਾਂ ਦੁਖੀ ਕਰਦੀਆਂ। ਅੱਛਾ ਬਾਬਾ ਜੀ ਫਿਰ ਹੱਲ ਕਰੋ ਇਹਦਾ। ਹੁਣ ਬਾਬੇ ਨੇ ਹੱਲ ਕੀ ਕਰਨਾ ਸੀ? ਉਹ ਜਿਹੜੇ ਆਪਦੇ ਚਿਮਟੇ ਖੜਕਾਉਣ ਮਾਫ ਕਰ ਦਿਆਂਗੇ, ਉਹ ਕਰ ਖਾਸਾ ਕੁਛ ਹੋਇਆ। ਖੈਰ ਫਿਰ ਮੈਂ ਦੇਖਿਆ ਵੀ ਆਹ ਲੋਕ ਬਾਕੀ ਕਿਸੇ ਨੂੰ ਵਹਿਮ ਭਰਮ 'ਚ। ਉਹ ਜਿਹੜੇ ਸੱਜਣ ਗਏ ਸੀ ਮੇਰੇ ਨਾਲ, ਉਹਨਾਂ ਦਾ ਬੇਟਾ ਖੋ ਗਿਆ। ਆਸਟ੍ਰੇਲੀਆ ਸਟੱਡੀ ਕਰਦਾ ਸੀ, ਆਸਟ੍ਰੇਲੀਆ ਵਿੱਚ। ਘਰੋਂ ਜਾਂਦਾ ਹੈ, ਆਪਣੀ ਗੱਡੀ ਖਰੀਦ ਕੇ ਉੱਥੇ ਸਟੱਡੀ ਕਰਦਾ ਸੀਗਾ। ਘੁੰਮਣ ਚਲਿਆ ਗਿਆ, ਸਟੋਰ ਤੋਂ ਸਮਾਨ ਲਿਆ। ਉਸ ਤੋਂ ਬਾਅਦ ਉਹਨੂੰ ਗੱਡੀ ਸਮੇਤ ਮਿਲਿਆ ਹੀ ਨਹੀਂ, ਅਜੇ ਤੱਕ ਨਹੀਂ ਮਿਲਿਆ। ਕੈਨੇਡਾ ਦੀ ਪੁਲਿਸ ਵੀ ਜਾ ਕੇ ਉੱਥੇ ਸਰਚ ਕਰਕੇ ਆ ਗਈ। ਆਸਟ੍ਰੇਲੀਆ ਦੀ ਪੁਲਿਸ ਨੇ ਬਹੁਤ ਕਰੋੜਾਂ ਰੁਪਏ ਉਹਨਾਂ ਨੇ ਲਾ ਦਿੱਤਾ, ਨਹੀਂ ਮਿਲਿਆ। ਫਿਰ ਬੰਦੇ ਦਾ ਹੁੰਦਾ ਨਾ, ਜਿਸ ਮਾਂ ਦਾ ਇਕੱਲਾ ਪੁੱਤ ਹੋਵੇ 28 29 ਸਾਲ ਦਾ, ਅਤੇ ਉਹ ਵੇਟ ਕਰਦੀ। ਔਰ ਉੱਥੇ ਲਾਇਰ ਦੀ ਉਹ ਡਿਗਰੀ ਕਰ ਰਿਹਾ ਸੀਗਾ, ਅਤੇ ਨਹੀਂ ਲੱਭਿਆ। ਹੁੰਦੇ ਹੀ ਮਨ ਉਹਨਾਂ ਨੂੰ ਐਸੀ ਕਦੇ ਕਿਸੇ ਨੇ ਦੱਸਿਆ ਜੀ ਉੱਥੇ ਤਾਂ ਬੜਾ ਵਧੀਆ। ਉਹ ਦੱਸਦਾ ਗਾ, ਜਦੋਂ ਸਾਡੀ ਵਾਰੀ ਆਈ ਉਹਨੂੰ ਪੁੱਛਣ ਲੱਗਿਆ, ਹਾਂ ਵੀ ਦੱਸ। ਮੈਂ ਕਿਹਾ ਮੈਂ ਖੜਾ ਹੋ ਗਿਆ। ਕਹਿੰਦਾ ਨਹੀਂ ਮੈਨੂੰ ਨਾਲ ਦੇ ਨੇ ਮੈਨੂੰ ਫੜ ਥੱਲੇ ਬਿਠਾਉਣ ਦੇ ਜਿਹੜੇ ਚੇਲੇ ਸੀ। ਉਹ ਮੈਂ ਕਿਹਾ ਗੱਲ ਤਾਂ ਕਰ ਲੈਂਦੇ ਬਾਬੇ ਨਾਲ, ਬਾਬਾ ਆਇਆ ਹੋਇਆ ਹੁਣ। ਨਾ ਬਾਬਾ ਜੀ ਨਾਲ ਇਹੀ ਗੱਲ ਕਰੇਗਾ ਜਿਹਨੇ ਉਹ ਕੀ ਕੁਛ ਪਾਇਆ ਹੁੰਦਾ, ਦਾਣੇ ਦੂਣੇ ਅਨਾਜ ਜਾਂ ਪਾਇਆ ਹੁੰਦਾ, ਵੀ ਇਹੀ ਗੱਲ ਕਰ ਸਕਦਾ। ਮਾਂ ਮੈਨੂੰ ਕਿਹੜਾ ਬਾਬਾ ਕੁਛ ਕਹਿੰਦਾ, ਮੈਨੂੰ ਤਾਂ ਪੁੱਛ ਲੈਣ ਦੇ ਕੀ ਕਹਿੰਦਾ ਹੈ। ਉਹ ਵਿਚਾਰਾ ਬਜ਼ੁਰਗ ਸੀਗਾ, 70 80 ਸਾਲ ਦਾ। ਉਹ ਡਰ ਗਿਆ, ਦੋਤਾ ਸੀ ਜੀ ਦਾ। ਹਾਂ ਬਈ ਕਿੱਥੇ ਸੀਗਾ? ਅਸੀਂ ਐਵੇਂ ਕਰਾਂਗੇ, ਚਲੋ ਜੀ ਦੱਸਾਂਗੇ, ਆਹ ਚੀਜ਼ ਦੇ ਦਿਓ ਤੁਸੀਂ, ਹੋ ਜਾਏਗਾ।
रुपया 10,000 देता, सब कुछ करिया, 2 बारी दे दिता, मेरे तो बिना दूजी बारी गए। मैं उन्होंने कहा भी रहन दो ना जाओ। वो कहते नहीं साडा मन बनया की करना जी, बस आ जलेबियाँ चढ़ा के आउणियां, पता कित्थे चढ़ाइयां कर करा के लास्ट में जो 2-4 महीने लगातार वो फोन करते रहे, पुछो भाई की होया, कहते जी मैंने तो बस ब्लड ही दिसदा, होर कुछ दिसदा नहीं। तैनूं की फिर पता लग्या भी? अखे जी वो लाल कोट पाया होया सी। जो मैं पूछया, जो कैमरे चैक किया पुलिस वाले पता करया, वो कहते ब्लैक कलर का कोट पा के, लाल तो पाई नहीं से। मैं कहा साहब पखंड करता है ये जी, मैं कढ़ाई करनी है जी, मैं उदी ऐ करना जी। ये की सियाणे आपी ने जिहड़े चंगे भलियां नूं मूर्ख बना देंदे ने। मैं तां बेनती करदा, बाबा नानक जी कहते एक दो एक सियाणा, एक दो एक चढ़े फिरदे ने, सब कहते असीं सियाणे आ। इसलिए साहिब कहते वड्डा साहिब वड्डी नाए कीता जां का होवै। वो वड्डा साहिब है, उसकी वड्याई भी वड्डी है, जिहदा कीता होया सारा कुछ बनया होया है। नानक जे को आपो जाने, जे कोई कहे भी मैं जानदा, अपने आप नूं जणाए, फिर बाबा जी कहते अगे गया ना सो है। वो दरगाह च गया, सोंदा नहीं, उन्होंने लाहनत बिनती भी तू रब नूं की जानेगा। ये वड्डे नूं वड्डा करके जानना है। बाणी ने नहीं कहा, गुरु अमरदास जी का अज प्रकाश पुरब है, उन्होंने वड्याया है। सतगुर वड्डा कर सलाही है। वड्डे कियां वड्याइयां, वड्डे नूं वड्डा करके सलाहो। सब ते वड्डा सतगुर नानक, सब ते वड्डा सतगुर नानक, जिन कल राखी मेरी। सब ते जिन कल राखी। कल की सीगा, कल महीने का की उपदेश किया, हर जेठ जुड़न दा लोहड़ी है, जिस अगे सब वो वड्डे दे अगे निवो। वड्डा कौन है? परमेश्वर है, वो वड्डा है, वो उस तो वड्डा कोई होर नहीं है। गुरु अमरदास पातशाह जिन्हां दा पुरब है, उन्होंने वड्याया बाणी विचों, वो सतगुरु नूं वड्याया। ਉਹਦੇ ਨਾਲ जुड़ो भाई, ਉਹਦੇ तो बिना आनंद नहीं है। आनंद पिया मेरी माए सतगुरु मैं पाया। गुरु अमरदास पातशाह जिन्हां दी वड्याई विच भी, मैं सवेरे भी शायद जिक्र कर रहा सी भी इन्नी गल चेता रखिया जे, गुरु अमरदास पातशाह जी उन्हां दी बाणी जिहड़े सवैये ने ना, वो 22 सवैये ने गुरु अमरदास जी दी। आ 2022 चलते, याद रखियो, सौखी जी कोई तो गल पन्ने बनी जाए ना। गुरु अमरदास दे 22 सवैये ने, ते 22 साल वो गुरता गद्दी ते रहे गुरु अमरदास जी। ते 22 उन्होंने मंजियां थापियां सी, प्रचारक 22 गुरु अमरदास जी ने। तो उन्होंने बारे लिखिया भट्ट साहबान कहते, घन हर बूंद बसो रौं मावल, कुसुम बसंत गनंत न आवै। रव सस किरण उधर सागर को, गंग तरंग उन्हें जो गावै। कहते धरती के उत्ते घन हर बरसदा होवे, मीह पैंदा होवे, बूंदां गिरदियां होण, घन हर बूंद बसो रौं मावल। तो हो सकता कोई समाधि ला के ध्यान ला के उन्होंने गिण लवे, वैसे गिणियां नहीं जा सकदियां। कुसुम बसंत गनंत न आवे, जिहड़ा कुसुम है फुल ने, इन्हां दी भी गिणती नहीं, बसंत दे महीने च किन्ने क पैदा हो जाते हैं। रव सस किरण, सूरज दियां किरणां किन्नियां ने, कोई दस सकदा? कहंदे उधर सागर को, गंग तरंग अंत को पावे, किन्नियां तरंगां उठदियां ने, कोई दस सकदा? कहंदे हो सकदा कोई दस सकदा होवे। महाराज कहंदे वो परमेश्वर जिहड़ा अकाल पुरख है, ਉਹਦੀ कोई समाधि ला के ध्यान ला के हो सकता भी कोई दस सकता भी इन्नी कने। पर भले अमरदास गुण तेरे, तेरी उपमा तोहे बण। तेरी उपमा तेनू ही पता गा, असी बयान नहीं कर सकते। आओ पढ़ के समाप्ति करिए जी। तेरी उपमा तो है बाण आवे जी, तेरी उपमा तो है बाण आवे जी। जी तेरी भले अमरदास गुण तेरे, भले
अमरदास गुण तेरे भले। जी तेरी